ਹੈਲੋ ਦੋਸਤੋ, ਸਿਟੀ ਸ਼ਾਈਨ ਕਲਾਸਿਸ ਦੇ ਵਿੱਚ ਤੁਹਾਡਾ ਸਵਾਗਤ ਹੈ। ਹਾਂਜੀ, ਅੱਜ ਆਪਾਂ ਪੰਜਾਬੀ ਦੇ ਪੇਪਰ ਦੇ ਜਿਹੜੇ ਮੋਸਟ ਇੰਪੋਰਟੈਂਟ ਕੁਐਸਚਨ ਆ ਉਹ ਆਪਾਂ ਡਿਸਕਸ ਕਰਨ ਜਾ ਰਹੇ ਹਾਂ। ਹਾਂਜੀ, ਆਪਣਾ ਪਹਿਲਾ ਪੰਜਾਬੀ ਦਾ ਕੁਐਸਚਨ ਹੈ ਵਿਆਕਰਣ। ਹਾਂਜੀ, ਆਪਣੀ ਵਿਆਕਰਣ ਹੈ ਕੀ ਹੈ? ਵਿਆਕਰਣ ਭਾਸ਼ਾ ਦਾ ਅਹਿਮ ਅੰਗ ਹੈ। ਇਸ ਤੋਂ ਬਗੈਰ ਭਾਸ਼ਾ ਅਧੂਰੀ ਹੈ, ਕਿਉਂਕਿ ਕਿਸੇ ਵੀ ਭਾਸ਼ਾ ਵਿੱਚ ਵਿਆਕਰਣ ਦੇ ਗਿਆਨ ਤੋਂ ਬਿਨਾਂ ਪ੍ਰਬੀਨਤਾ ਹਾਸਲ ਨਹੀਂ ਕੀਤੀ ਜਾ ਸਕਦੀ। ਕਿਸੇ ਵੀ ਭਾਸ਼ਾ ਦੇ ਸ਼ੁੱਧ ਅਤੇ ਮਿਆਰੀ ਉਪਯੋਗ ਲਈ ਵਿਆਕਰਣ ਦੀ ਜਾਣਕਾਰੀ ਹੋਣਾ ਜ਼ਰੂਰੀ ਹੈ। ਹਰੇਕ ਭਾਸ਼ਾ ਨੂੰ ਲਿਖਣ ਲਈ ਕੁਝ ਨਿਯਮ ਹੁੰਦੇ ਹਨ ਅਤੇ ਇਹ ਭਾਸ਼ਾ ਦੀ ਬਣਤਰ ਦਾ ਆਧਾਰ ਹੁੰਦੇ ਹਨ, ਕਿਉਂਕਿ ਇਹ ਭਾਸ਼ਾ ਦਾ ਸ਼ੁੱਧ ਰੂਪ ਸਾਡੇ ਸਾਹਮਣੇ ਪੇਸ਼ ਕਰਦੇ ਹਨ, ਜੋ ਕਿ ਵਿਆਕਰਣ ਅਖਵਾਉਂਦੇ ਹਨ। ਇਸ ਲਈ ਭਾਸ਼ਾ ਉੱਤੇ ਪੂਰਨ ਅਧਿਕਾਰ ਪ੍ਰਾਪਤ ਕਰਨ ਲਈ ਵਿਆਕਰਣ ਦਾ ਗਿਆਨ ਪ੍ਰਾਪਤ ਕਰਨਾ ਬਹੁਤ ਜ਼ਰੂਰੀ ਹੈ। ਹਾਂਜੀ, ਵਿਆਕਰਣ ਦੀ ਪਰਿਭਾਸ਼ਾ ਕੀ ਆ? ਵਿਆਕਰਣ ਹੈ ਕਿ ਆਪਣਾ ਵਿਆਕਰਣ ਸ਼ਬਦਾਂ ਦਾ ਅਨੁਸ਼ਾਸਨ ਹੈ। ਵਿਆਕਰਣ ਕੀ ਆ? ਜਿਹੜੀ ਸ਼ਬਦਾਂ ਦਾ ਅਨੁਸ਼ਾਸਨ ਹੈ, ਜਿਹੜੀ ਸ਼ਬਦਾਂ ਦੇ ਵਿੱਚ ਵਿਆਕਰਣ ਸ਼ਬਦਾਂ ਦੇ ਵਿੱਚ ਬਣਦੀ ਹੈ। ਇਸ ਨਾਲ ਭਾਸ਼ਾ ਦਾ ਰੂਪ ਸਥਾਪਿਤ ਹੁੰਦਾ ਹੈ। ਇਸ ਤਰ੍ਹਾਂ ਵਿਆਕਰਣ ਦਾ ਕੰਮ ਭਾਸ਼ਾ ਉੱਤੇ ਅਨੁਸ਼ਾਸਨ ਰੱਖਣਾ, ਇਸ ਦੁਆਰਾ ਇਹ ਗਿਆਨ ਪ੍ਰਾਪਤ ਹੁੰਦਾ ਹੈ ਕਿ ਕਿਹੜੇ ਸ਼ਬਦ ਨੂੰ ਵਾਕ ਦੇ ਕਿਸ ਥਾਂ ਤੇ ਪ੍ਰਯੋਗ ਕਰਨਾ ਹੈ। ਜਿਹੜੀ ਭਾਸ਼ਾ ਨਾ, ਭਾਸ਼ਾ ਵਿਆਕਰਣ ਦੇ ਰਾਹੀਂ ਹੀ ਆਪਣੀ ਜਿਹੜੀ ਕੀ ਆ ਅਨੁਸ਼ਾਸਨ ਦੇ ਵਿੱਚ ਰਹਿੰਦੀ ਆ। ਕੋਈ ਵੀ ਭਾਸ਼ਾ ਜਿਹੜੀ ਵੀ ਆਪਣੇ ਨਿਯਮ ਹੁੰਦੇ ਹਨ ਉਹੀ ਕੀ ਹੁੰਦੀ ਆ? ਵਿਆਕਰਣ ਹੁੰਦੀ ਆ। ਕਿਸੇ ਵੀ ਭਾਸ਼ਾ ਦੇ ਜਿਹੜੇ ਵਿਆਕਰਨਿਕ ਨਿਯਮ ਆ, ਵਿਆਕਰਣ ਦੇ ਨਿਯਮ ਆ, ਉਹੀ ਕੀ ਆ? ਵਿਆਕਰਣ। ਹਾਂਜੀ, ਵਿਆਕਰਣ ਦੀ ਸਿੱਖਿਆ ਦੀ ਲੋੜ। ਵਿਆਕਰਣ ਸਿੱਖਿਆ ਦੀ ਕੀ ਲੋੜ ਆ? ਕਿਸੇ ਵੀ ਭਾਸ਼ਾ ਦੀ ਸਿੱਖਿਆ ਮਹੱਤਵਪੂਰਨ 4 ਕੌਂਸਲਾਂ ਵਿੱਚੋਂ ਹੋ ਕੇ ਗੁਜ਼ਰਦੀ ਹੈ, ਜਿਵੇਂ ਸੁਣਨਾ ਤੇ ਸਮਝਣਾ, ਬੋਲਣਾ, ਪੜ੍ਹਨਾ, ਰੀਡਿੰਗ, ਰਾਈਟਿੰਗ, ਆਪਣਾ ਜਿਹੜਾ ਇਹ ਸਾਰੇ ਕੀ ਆਪਣੇ ਕੌਸ਼ਲਾਂ ਦੇ ਵਿੱਚ ਹੀ ਆ ਜਾਂਦੇ ਆ। ਬੱਚਿਆਂ ਨੂੰ ਇਹਨਾਂ ਭਾਸ਼ਾਈ ਕੌਸ਼ਲਾਂ ਦਾ ਅਭਿਆਸ ਕਰਾਉਣ ਲਈ ਵਿਆਕਰਣ ਦੀ ਸਿੱਖਿਆ ਸਭ ਤੋਂ ਜ਼ਰੂਰੀ ਹੈ। ਇਸ ਤੋਂ ਇਲਾਵਾ ਇਸ ਦੀ ਲੋੜ ਅਤੇ ਮਹੱਤਤਾ ਹੇਠ ਲਿਖੇ ਕਾਰਨਾਂ ਕਰਕੇ ਵੀ ਹੈ। ਹਾਂਜੀ, ਵਿਆਕਰਣ ਦੀ ਜਿਹੜੀ ਮਹੱਤਤਾ ਤੇ ਲੋੜ ਆ, ਇਹ ਮੋਸਟ ਇੰਪੋਰਟੈਂਟ ਕੁਐਸਚਨ ਆ। ਵਿਦਿਆਰਥੀਆਂ ਨੂੰ ਧੁਨੀ ਵਿਗਿਆਨ ਦੀ ਜਾਣਕਾਰੀ ਦੇਣਾ ਪਹਿਲਾ ਆਪਣਾ ਪੁਆਇੰਟ ਆ। ਕਿਸੇ ਵੀ ਭਾਸ਼ਾ ਦੇ ਧੁਨੀ ਵਿਗਿਆਨ ਨੂੰ ਸਮਝਣ ਲਈ ਭਾਸ਼ਾ ਦੀ ਵਿਆਕਰਣ ਦੇ ਨਿਯਮਾਂ ਦੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਇਸ ਤੋਂ ਬਗੈਰ ਧੁਨੀ ਵਿਗਿਆਨ ਦਾ ਗਿਆਨ ਅਧੂਰਾ ਹੈ। ਹਾਂਜੀ, ਜਿਹੜਾ ਵਿਆਕਰਣ ਦਾ ਅਧਿਐਨ ਆ, ਜਿਹੜਾ ਵਿਆਕਰਣ ਦਾ ਅਧਿਐਨ ਆਪਾਂ ਕਰਦੇ ਹਾਂ, ਉਹਦੇ ਵਿੱਚ ਧੁਨੀ ਵਿਗਿਆਨ ਦਾ ਹੋਣਾ ਬਹੁਤ ਜ਼ਰੂਰੀ ਆ। ਭਾਸ਼ਾ ਦੇ ਸਹੀ ਸਰੂਪ ਦੀ ਪਛਾਣ ਕਰਾਉਣੀ। ਹਰੇਕ ਭਾਸ਼ਾ ਦੇ ਆਪਣੇ ਕੁਝ ਨਿਯਮ ਹੁੰਦੇ ਹਨ ਅਤੇ ਇਹਨਾਂ ਨਿਯਮਾਂ ਨੂੰ ਸਮਝਣਾ ਅਤੇ ਇਹਨਾਂ ਦੀ ਪਾਲਣਾ ਕਰਨਾ ਜ਼ਰੂਰੀ ਹੈ। ਵਿਆਕਰਣ ਬੋਲੀ ਦਾ ਵਿਗਿਆਨ ਹੈ ਅਤੇ ਹਰੇਕ ਬੋਲੀ ਜਾਣ ਵਾਲੇ ਕਈ ਲਈ ਇਸ ਵਿਗਿਆਨ ਦਾ ਹੋਣਾ ਜ਼ਰੂਰੀ ਹੈ। ਹਾਂਜੀ, ਜਿਹੜਾ ਵਿਆਕਰਣ ਆ ਆਪਣਾ, ਉਹ ਭਾਸ਼ਾ ਦੇ ਸਹੀ ਸਰੂਪ, ਜਿਹੜੀ ਉਹਦੀ ਬਣਤਰ ਆ, ਜਿਹੜੀ ਵਾਕ ਬਣਤਰ ਕਹਿ ਸਕਦੇ ਹੋ, ਧੁਨੀ ਬਣਤਰ ਆ, ਜਾਂ ਉਹਦੀ ਵਾਕ ਦੀ ਜਿੰਨੀ ਵੀ ਸੰਰਚਨਾ ਹੈਗੀ ਆ, ਉਹ ਵਿਆਕਰਣ ਉਹਦੀ ਸਹੀ ਜਾਣ ਕਰਵਾਉਂਦਾ। ਬੱਚਿਆਂ ਨੂੰ ਸ਼ਬਦਬੱਧ ਦੀ ਸਿੱਖਿਆ ਦੇਣ ਲਈ, ਬੱਚਿਆਂ ਨੂੰ ਸ਼ਬਦਬੋਧ ਦੀ ਸਿੱਖਿਆ ਦੇਣ ਲਈ ਵੀ ਵਿਆਕਰਣ ਦਾ ਬਹੁਪੱਖੀ ਗਿਆਨ ਦੇਣਾ ਜ਼ਰੂਰੀ ਹੈ। ਵਾਕਾਂ ਦੀ ਸਿਰਜਣਾ ਦੇ ਨਿਯਮਾਂ ਤੋਂ ਜਾਣੂ ਕਰਾਉਣਾ। ਜਿਹੜੀ ਵਾਕ ਸਿਰਜਣਾ ਦੇ ਆਪਣੇ ਨਿਯਮ ਆ, ਉਹ ਆਪਾਂ ਨੂੰ ਵਿਆਕਰਣ ਤੋਂ ਹੀ ਆਪਾਂ ਨੂੰ ਪਤਾ ਲੱਗਦੇ ਆ। ਬੱਚਿਆਂ ਨੂੰ ਭਾਸ਼ਾ ਦਾ ਵਿਵਹਾਰਿਕ ਪ੍ਰਯੋਗ ਸਿਖਾਉਣ ਲਈ, ਜਿਹੜੀ ਭਾਸ਼ਾ ਦੀ ਵਰਤੋਂ ਆ, ਭਾਸ਼ਾ ਦੀ ਸ਼ੁੱਧ ਵਰਤੋਂ ਆਪਾਂ ਕਹਿ ਸਕਦੇ ਹਾਂ, ਉਹ ਆਪਾਂ ਨੂੰ ਕਿਹਦੇ ਤੋਂ ਪਤਾ ਲੱਗਦੀ ਆ? ਉਹ ਆਪਾਂ ਨੂੰ ਵਿਆਕਰਣ ਤੋਂ ਹੀ ਪਤਾ ਲੱਗਦੀ ਆ। ਭਾਸ਼ਾ ਦਾ ਵਿਵਹਾਰਿਕ ਰੂਪ ਵਿੱਚ ਪ੍ਰਯੋਗ ਕਰਨ ਲਈ ਵੀ ਬੱਚਿਆਂ ਨੂੰ ਵਿਆਕਰਣ ਦੇ ਨਿਯਮਾਂ ਦਾ ਗਿਆਨ ਹੋਣਾ ਜ਼ਰੂਰੀ ਹੈ। ਬੱਚਿਆਂ ਦਾ ਮੌਖਿਕ ਉਚਾਰਨ ਸ਼ੁੱਧ ਕਰਨ ਲਈ। ਹਾਂਜੀ, ਜਿਹੜਾ ਮੌਖਿਕ ਉਚਾਰਨ ਆ ਬੱਚਿਆਂ ਦੇ ਵਿੱਚ, ਉਹ ਕਿਹਦੇ ਰਾਹੀਂ ਹੁੰਦਾ? ਵਿਆਕਰਣ ਰਾਹੀਂ ਹੁੰਦਾ। ਜੇਕਰ ਉਹਨਾਂ ਨੂੰ ਵਿਆਕਰਣ ਦੇ ਨਿਯਮ ਪਤਾ ਹੋਣਗੇ ਤਾਂ ਹੀ ਉਹ ਆਪਣਾ ਉਚਾਰਨ ਜਿਹੜਾ ਹੈ, ਆਪਣਾ ਬੋਲ, ਜਿਹੜੇ ਸ਼ਬਦਾਂ ਨੂੰ ਬੋਲਦੇ ਆ, ਉਹ ਕੀ ਆ? ਉਹਨਾਂ ਦਾ ਸ਼ੁੱਧ ਹੋਏਗਾ। ਬੱਚਿਆਂ ਦਾ ਮੌਖਿਕ ਉਚਾਰਨ ਵੀ ਵਿਆਕਰਣ ਦੇ ਨਿਯਮਾਂ ਉੱਪਰ ਹੀ ਆਧਾਰਿਤ ਹੈ। ਇਸ ਲਈ ਵਿਆਕਰਣ ਦਾ ਸ਼ੁੱਧ ਰੂਪ ਦਾ ਪਤਾ ਹੋਣਾ ਜ਼ਰੂਰੀ ਹੈ। ਬੱਚਿਆਂ ਨੂੰ ਭਾਸ਼ਾ ਦਾ ਸ਼ੁੱਧ ਰੂਪ ਸਿਖਾਉਣ ਲਈ
हाँ जी, जिहड़ी भाषा ਦਾ ਸ਼ੁੱਧ ਰੂਪ ਆ, ਸ਼ੁੱਧ ਵਾਕ ਬਣਤਰ ਆ, ਸ਼ੁੱਧ ਸ਼ਬਦ ਜੋੜ ਆ, ਉਹ ਆਪਾਂ ਨੂੰ ਕਿਹਦੇ ਰਾਹੀਂ ਪਤਾ ਲੱਗਦਾ ਹੈ? ਵਿਆਕਰਣ ਰਾਹੀਂ ਪਤਾ ਲੱਗਦਾ ਹੈ। ਵਿਆਕਰਣ ਸਿੱਖਿਆ ਹਾਸਲ ਕਰਨ ਦੇ ਨਾਲ ਵਿਦਿਆਰਥੀਆਂ ਨੂੰ ਮਾਤ ਭਾਸ਼ਾ ਦੇ ਸ਼ੁੱਧ ਰੂਪ ਦਾ ਪਤਾ ਲੱਗਦਾ ਹੈ। ਭਾਸ਼ਾ ਦਾ ਸ਼ੁੱਧ ਰੂਪ ਨਾ ਤਾਂ ਬੋਲਚਾਲ ਦੀ ਭਾਸ਼ਾ ਵਿੱਚ ਹੁੰਦਾ ਹੈ ਅਤੇ ਨਾ ਹੀ ਟਕਸਾਲੀ ਦੇ ਰੂਪ ਵਿੱਚ। ਇਸ ਲਈ ਵਿਆਕਰਣ ਦਾ ਅਧਿਆਪਨ ਜ਼ਰੂਰੀ ਹੋ ਜਾਂਦਾ ਹੈ। ਭਾਸ਼ਾ ਦੀ ਮਿਆਰੀ ਰੂਪ ਵਿਕਸਿਤ ਕਰਨ ਲਈ, ਜਿਹੜਾ ਭਾਸ਼ਾ ਦਾ ਮਿਆਰੀ ਰੂਪ ਹੈ ਉਹ ਕਿਹਦੇ ਰਾਹੀਂ ਵਿਕਸਿਤ ਹੁੰਦਾ ਹੈ? ਵਿਆਕਰਣ ਰਾਹੀਂ ਵਿਕਸਿਤ ਹੁੰਦਾ ਹੈ। ਕਈ ਵਾਰ ਭਾਸ਼ਾ ਦਾ ਟਕਸਾਲੀ ਜਾਂ ਮਿਆਰੀ ਰੂਪ ਗ੍ਰਹਿਣ ਕਰਨ ਲਈ ਵਿਆਕਰਣ ਦਾ ਗਿਆਨ ਹੋਣਾ ਜ਼ਰੂਰੀ ਹੈ। ਸਮੇਂ-ਸਮੇਂ ਵੱਖ-ਵੱਖ ਸ਼ਬਦਾਂ ਵਿੱਚ ਵੱਖ-ਵੱਖ ਭਾਸ਼ਾਵਾਂ ਵਿੱਚੋਂ ਆ ਕੇ ਰਲਦੇ ਰਹਿੰਦੇ ਹਨ। ਜੇਕਰ ਇਹਨਾਂ ਨੂੰ ਨਿਯਮਬੱਧ ਨਾ ਕੀਤਾ ਜਾਏ ਤਾਂ ਭਾਸ਼ਾ ਦਾ ਰੂਪ ਵਿਗੜ ਜਾਂਦਾ ਹੈ। ਹਾਂਜੀ, ਜਿਹੜੀ ਆਪਣੀ ਬੋਲਚਾਲ ਦੀ ਭਾਸ਼ਾ ਹੈ ਉਹ ਆਪਣੀ 10 ਕੋਹਾਂ ਤੇ ਜਾ ਕੇ ਕੀ ਆ ਬਦਲ ਜਾਂਦੀ ਆ। ਆਮ ਹੀ ਆਪਣੇ ਇਹ ਪ੍ਰਚਲਿਤ ਆ ਕਿ ਆਪਣੀ ਜਿਹੜੀ ਥੋੜ੍ਹੀ ਥਾਂ ਬਾਅਦ ਆਪਾਂ ਜਾਣਦੇ ਆ ਭਾਸ਼ਾ ਦੀ ਜਿਹੜੀ ਆ ਉਹਦਾ ਬੋਲਚਾਲ ਦੀ ਰੂਪ ਜਿਹੜਾ ਬਦਲ ਜਾਂਦਾ। ਪਰ ਜਿਹੜਾ ਮਿਆਰੀ ਰੂਪ ਆ ਜਾਂ ਆਪਣੀ ਟਕਸਾਲੀ ਭਾਸ਼ਾ ਹੈ ਉਹ ਵਿਆਕਰਣ ਕਰਕੇ ਹੀ ਆਪਣੀ ਨਿਯਮਬੱਧ ਹੁੰਦੀ ਆ। ਇਸ ਕਰਕੇ ਜਿਹੜਾ ਵਿਆਕਰਣ ਦਾ ਬਹੁਤ ਵੱਡਾ ਰੋਲ ਆ। ਬੱਚਿਆਂ ਅੰਦਰ ਰਚਨਾਤਮਕ ਰੁਚੀਆਂ ਪੈਦਾ ਕਰਨ ਲਈ ਵਿਆਕਰਣ ਰਾਹੀਂ ਬੱਚਿਆਂ ਵਿੱਚ ਵੱਖ-ਵੱਖ ਰਚਨਾਵਾਂ ਲਿਖਣ ਵਿੱਚ ਵੀ ਨਿਪੁੰਨ ਹੋ ਸਕਦੇ ਹਨ। ਭਾਸ਼ਾ ਦੀ ਵਰਤੋਂ ਵਿੱਚ ਨਿਪੁੰਨਤਾ ਹਾਸਲ ਕਰਨ ਲਈ, ਹਾਂਜੀ, ਜੇਕਰ ਆਪਾਂ ਭਾਸ਼ਾ ਦੀ ਵਰਤੋਂ ਦੇ ਵਿੱਚ ਨਿਪੁੰਨਤਾ ਹਾਸਲ ਕਰਨੀ ਆ, ਲਿਖਣ ਦੇ ਵਿੱਚ ਨਿਪੁੰਨਤਾ ਹਾਸਲ ਕਰਨੀ ਆ, ਤੇ ਉਹਦੇ ਵਾਸਤੇ ਆਪਾਂ ਨੂੰ ਕੀ ਵਿਆਕਰਣ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਆ। ਕਿਸੇ ਵੀ ਭਾਸ਼ਾ ਦੀ ਵਰਤੋਂ ਵਿੱਚ ਨਿਪੁੰਨਤਾ ਤਦ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ ਜੇਕਰ ਵਿਆਕਰਣ ਦਾ ਪੂਰਾ ਗਿਆਨ ਹੋਵੇ। ਹਾਂਜੀ, ਆਪਣਾ ਨੈਕਸਟ ਪੁਆਇੰਟ ਆ ਹੋਰ ਭਾਸ਼ਾਵਾਂ ਨੂੰ ਸਿੱਖਣ ਵਿੱਚ ਸਹਾਇਤਾ। ਹਾਂਜੀ, ਮੰਨ ਲਓ ਜੇਕਰ ਆਪਾਂ ਨੂੰ ਆਪਣੀ ਜਿਹੜੀ ਮਦਰ ਟੰਗ ਆ, ਆਪਣੀ ਜਿਹੜੀ ਮਾਤ ਭਾਸ਼ਾ ਦੇ ਨਿਯਮ ਪਤਾ ਹੈ ਤੇ ਉਹਨੂੰ ਆਪਾਂ ਹੋਰ ਭਾਸ਼ਾ ਨੂੰ ਸਿੱਖਣ ਦੇ ਵਿੱਚ ਵੀ ਉਹ ਆਪਣੀ ਸਹਾਇਤਾ ਕਰਦੀ ਆ। ਜਿਵੇਂ ਹੁਣ ਆਪਣੀ ਮਾਤ ਭਾਸ਼ਾ ਪੰਜਾਬੀ ਆ, ਹੁਣ ਆਪਾਂ ਜਿਵੇਂ ਅੰਗਰੇਜ਼ੀ ਸਿੱਖਦੇ ਆ ਤੇ ਉਹਦੇ ਵਿੱਚ ਵੀ ਆਪਣੀ ਕੀ ਹੈਲਪ ਹੁੰਦੀ ਆ ਅੰਗਰੇਜ਼ੀ ਸਿੱਖਣ ਦੇ ਵਿੱਚ ਵੀ। ਸ਼ੁੱਧ ਸ਼ਬਦ ਜੋੜ ਦੇ ਨਿਯਮ ਸਿਖਾਉਣ ਲਈ, ਇਸ ਤੋਂ ਇਲਾਵਾ ਵਿਆਕਰਣ ਬੱਚੇ ਨੂੰ ਸ਼ੁੱਧ ਸ਼ਬਦ ਜੋੜ ਦੇ ਨਿਯਮ ਸਿਖਾਉਣ ਲਈ ਸਹਾਇਤਾ ਪ੍ਰਦਾਨ ਕਰਦਾ ਹੈ। ਬੱਚਿਆਂ ਨੂੰ ਸ਼ੁੱਧ ਭਾਸ਼ਾ ਲਿਖਣਾ ਸਿਖਾਉਣ ਲਈ, ਹਾਂਜੀ, ਜਿਹੜਾ ਬੱਚਿਆਂ ਨੂੰ ਆਪਾਂ ਸ਼ੁੱਧ ਭਾਸ਼ਾ ਲਿਖਣਾ ਸਿਖਾਉਂਦੇ ਆ ਉਹ ਵੀ ਕਿਹਦੇ ਰਾਹੀਂ? ਵਿਆਕਰਣ ਦੇ ਰਾਹੀਂ। ਜਦੋਂ ਆਪਾਂ ਵਿਆਕਰਣ ਦੇ ਨਿਯਮ ਪੜ੍ਹਾਵਾਂਗੇ ਤਾਂ ਹੀ ਬੱਚੇ ਕੀ ਆ ਸ਼ੁੱਧ ਭਾਸ਼ਾ ਸਿੱਖ ਸਕਦੇ ਆ। ਵਿਆਕਰਣ ਦੀ ਸਿੱਖਿਆ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸ਼ੁੱਧ ਅਤੇ ਸਹੀ ਭਾਸ਼ਾ ਲਿਖਣਾ ਤੇ ਪੜ੍ਹਾਉਣੀ ਸਿਖਾਉਣਾ ਹੈ। ਇਸ ਤੋਂ ਬਗੈਰ ਬੱਚੇ ਦੀ ਲਿਖਣ ਕਲਾ ਅਧੂਰੀ ਹੈ। ਹਾਂਜੀ, ਜਿਹੜੀ ਵਿਆਕਰਣ ਤੋਂ ਬਿਨਾਂ ਬੱਚੇ ਦੀ ਲਿਖਣ ਕਲਾ, ਜਿਹੜਾ ਲਿਖਣ ਹੁੰਦੀ ਹੈਗੀ ਆਪਣਾ ਕੌਸ਼ਲ ਆ, ਉਹ ਕੀ ਆ? ਅਧੂਰਾ। ਭਾਸ਼ਾ ਤੇ ਅਧਿਕਾਰ ਹਾਸਲ ਕਰਨ ਲਈ ਭਾਸ਼ਾ ਦੀ ਸਹੀ, ਸੁਚੱਜੀ, ਸਪਸ਼ਟ ਤੇ ਸੁਚਾਰੂ ਵਰਤੋਂ ਕਰਨਾ ਵੀ ਇੱਕ ਹੁਨਰ ਹੈ। ਇਸ ਵਿੱਚ ਨਿਪੁੰਨਤਾ ਹਾਸਲ ਕਰਨ ਲਈ ਇਸ ਦੇ ਸਭ ਪੱਖਾਂ ਦੀ ਪੂਰੀ ਜਾਣਕਾਰੀ ਹੋਣੀ ਜ਼ਰੂਰੀ ਹੈ। ਹਾਂਜੀ, ਜਿਹੜੀਆਂ ਆਪਣੀਆਂ ਸ਼ਬਦ ਸ਼੍ਰੇਣੀਆਂ, ਇਹ ਆਪਾਂ ਕੁਐਸਚਨ ਬਾਅਦ ਦੇ ਵਿੱਚ ਇਹਨੂੰ ਕਰਦੇ ਹਾਂ। ਇਹਨੂੰ ਤੁਸੀਂ ਨਾਂਵ ਪੜਨਾਂਵ ਬਾਰੇ ਆਪ ਹੀ ਪੜ੍ਹ ਲੈਣਾ। ਆਪਾਂ ਜਿਹੜੇ ਇਹਦੇ ਜ਼ਰੂਰੀ ਕੁਐਸਚਨ ਆ ਉਹੀ ਆਪਾਂ ਇੱਕ ਵਾਰ ਕਰਦੇ ਹਾਂ। ਹਾਂਜੀ, ਆਪਣਾ ਸਭ ਤੋਂ ਜ਼ਰੂਰੀ ਜਿਹੜਾ ਕੁਐਸਚਨ ਆ, ਪ੍ਰੀਵੀਅਸ ਪੇਪਰਾਂ ਦੇ ਵਿੱਚ ਬਹੁਤ ਜ਼ਿਆਦਾ ਕੁਐਸਚਨ ਇਹ ਆ ਚੁੱਕਿਆ ਹੈ। ਬਾਲ ਸਾਹਿਤ ਦੇ ਸਾਹਿਤਕ ਰੂਪ। ਬਾਲ ਸਾਹਿਤ ਛਪਣ ਵਾਲੀਆਂ ਰਚਨਾਵਾਂ ਕਈ ਸਾਹਿਤਕ ਰੂਪਾਂ ਵਿੱਚ ਮਿਲਦੀਆਂ ਹਨ, ਜਿਵੇਂ ਕਿ ਕਹਾਣੀ ਦੇ ਰੂਪ ਵਿੱਚ। ਕਹਾਣੀ ਕੀ ਹੁੰਦੀ ਕੀ ਆ? ਬਾਲ ਸਾਹਿਤ ਵਿੱਚ ਕਹਾਣੀਆਂ ਆਦਿ ਦੀ ਬਹੁਤਾਤ ਹੁੰਦੀ ਹੈ। ਹਾਂਜੀ, ਜਿਹੜਾ ਬੱਚਿਆਂ ਨੂੰ ਜਿੰਨਾ ਵੀ ਆਪਾਂ ਪੜ੍ਹਾਈ ਕਰਵਾਉਣੀ ਉਹ ਕਹਾਣੀਆਂ ਦੇ ਰੂਪ ਵਿੱਚ ਹੁੰਦੇ ਆ। ਛੋਟੀਆਂ ਛੋਟੀਆਂ ਕਹਾਣੀਆਂ ਹੁੰਦੀਆਂ, ਮਿੰਨੀ ਸਟੋਰੀਜ਼ ਹੁੰਦੀਆਂ। ਉਹ ਕਹਿਣ ਤੋਂ ਭਾਵ ਕਿ ਕਹਾਣੀਆਂ ਸੁਣਨਾ ਤੇ ਪੜ੍ਹਨਾ ਪਸੰਦ ਕਰਦੇ ਹਨ, ਬਲਕਿ ਬੱਚੇ ਜਿਹੜੇ ਆ ਉਹ ਕਹਾਣੀਆਂ ਨੂੰ ਪੜ੍ਹਨਾ ਤੇ ਸੁਣਨਾ ਕੀ ਆ ਪਸੰਦ ਕਰਦੇ ਆ। ਕਹਾਣੀਆਂ ਦਾ ਉਦੇਸ਼ ਬੱਚਿਆਂ ਨੂੰ ਸਿੱਖਿਆ ਦੇਣਾ ਹੁੰਦਾ ਹੈ। ਉਦਾਹਰਨ ਦੇ ਤੌਰ ਤੇ ਕਾਂ ਤੇ ਚਿੜੀ ਦੀ ਕਹਾਣੀ। ਇਸ ਵਿੱਚ ਕਾਂ ਤੇ ਚਿੜੀ ਦੇ ਇਕੱਠੇ ਰਹਿਣ, ਕਾਂ ਦੇ ਕੰਮ ਨਾ ਕਰਨ, ਕੇਵਲ ਚਿੜੀ ਦੇ ਇਕੱਲਿਆਂ ਹੀ ਮਿਹਨਤ ਕਰਨ, ਫਸਲ ਬੀਜਣ, ਰਾਖੀ ਕਰਨ, ਫਸਲ ਤਿਆਰ ਹੋਣ, ਕਾਂ ਦਾ ਛੱਲੀਆਂ ਤੇ ਕਬਜ਼ਾ ਕਰਨ, ਚਿੜੀ ਨੂੰ ਟਾਂਡੇ ਦੇਣ, ਹਨੇਰੀ ਤੇ ਭਾਰੀ ਵਰਖਾ ਆਉਣ, ਕਾਂ ਦਾ ਉਸ ਵਿੱਚ
ਮਰ ਜਾਣ ਆਦਿ ਦਾ ਵਿਸਥਾਰ ਵਿੱਚ ਦੱਸਿਆ ਜਾਣਾ। ਬੱਚਿਆਂ ਨੂੰ ਇਸ ਕਹਾਣੀ ਤੋਂ ਮਿਹਨਤ ਕਰਨ ਦੀ ਸਿੱਖਿਆ ਮਿਲਦੀ ਹੈ। ਛੋਟੇ ਲੇਖ ਜਾਂ ਨਿਬੰਧ। ਕਹਾਣੀ ਤੇ ਨਿਬੰਧ ਵਿੱਚ ਥੋੜਾ ਅੰਤਰ ਹੈ। ਕਹਾਣੀ ਵਿੱਚ ਕਲਪਨਾ ਵਧੇਰੇ ਬਲਸ਼ਾਲੀ ਹੁੰਦੀ ਹੈ। ਜਿਹੜੀ ਕਹਾਣੀ ਹੁੰਦੀ ਹੈ ਉਹਦੇ ਵਿੱਚ ਲੇਖਕ ਦੀਆਂ ਕਲਪਨਾਵਾਂ ਕੀ ਹੁੰਦੀਆਂ ਜ਼ਿਆਦਾ ਹੁੰਦੀਆਂ। ਇਸ ਵਿੱਚ ਕਈ ਵਾਰ ਅਣਕਿਆਸੀਆਂ ਘਟਨਾਵਾਂ ਵੀ ਸ਼ਾਮਲ ਹੁੰਦੀਆਂ ਹਨ। ਮਤਲਬ ਕਿ ਕਹਾਣੀਆਂ ਸਾਰੀਆਂ ਸੱਚ ਨਹੀਂ ਹੁੰਦੀਆਂ। ਬੱਚੇ ਕੀ ਹੁੰਦੇ, ਜਿਵੇਂ ਪਰੀ ਕਹਾਣੀਆਂ ਹੋ ਗਈਆਂ, ਦੰਤ ਕਥਾਵਾਂ ਹੋ ਗਈਆਂ, ਜ਼ਿਆਦਾਤਰ ਬੱਚੇ ਕੀ ਆ, ਬੱਚਿਆਂ ਵਾਸਤੇ ਜੋ ਆਪਾਂ ਲਿਖਦੇ ਆ ਉਹ ਪਰੀ ਕਹਾਣੀਆਂ ਹੀ ਜ਼ਿਆਦਾ ਹੁੰਦੀਆਂ ਤੇ ਬੱਚੇ ਉਸ ਵਿੱਚ ਕੀ ਆ ਦਿਲਚਸਪੀ ਬਹੁਤ ਜ਼ਿਆਦਾ ਲੈਂਦੇ ਆ। ਇਸ ਵਿੱਚ ਕਈ ਵਾਰ ਅਣਕਿਆਸੀਆਂ ਘਟਨਾਵਾਂ ਵੀ ਸ਼ਾਮਲ ਹੁੰਦੀਆਂ ਹਨ, ਜਦੋਂ ਕਿ ਲੇਖ ਜਾਂ ਨਿਬੰਧ ਕਿਸੇ ਖਾਸ ਮੁੱਦੇ ਜਾਂ ਵਿਸ਼ੇ ਤੇ ਆਧਾਰ ਤੇ ਲਿਖੇ ਜਾਂਦੇ ਨੇ, ਪਰ ਲੇਖ ਦੇ ਵਿੱਚ ਕੀ ਆ ਅਜਿਹਾ ਜ਼ਿਆਦਾ ਨਹੀਂ ਹੁੰਦਾ। ਜਿਹੜੀ ਕਲਪਨਾ ਜਿਹੜੀ ਹੁੰਦੀ ਆ ਉਹ ਘੱਟ ਹੁੰਦੀ ਆ ਲੇਖ ਦੇ ਵਿੱਚ। ਯਥਾਰਥ ਜਿਹੜਾ ਕਿ ਆਪਣੀ ਜਿਹੜਾ ਸਮਾਜ ਦੇ ਨਾਲ ਜ਼ਿਆਦਾ ਮਿਲਦੀ ਜੁਲਦੀ ਚੀਜ਼ ਆ ਉਹ ਆਪਣੇ ਲੇਖਾਂ ਦੇ ਵਿੱਚ ਹੁੰਦੀ ਆ, ਯਥਾਰਥ ਹੁੰਦਾ ਉਹਦੇ 'ਚ। ਅਜਿਹੇ ਲੇਖ ਲਿਖਣ ਸਮੇਂ ਲੇਖਕ ਪੂਰਾ ਚੇਤਨ ਹੁੰਦਾ ਹੈ, ਕਿਉਂਕਿ ਬੱਚਿਆਂ ਲਈ ਲਿਖੇ ਲੇਖ ਨੀਰਸ ਨਹੀਂ ਹੋਣੇ ਚਾਹੀਦੇ, ਨਹੀਂ ਤਾਂ ਬੱਚੇ ਇਹਨਾਂ ਨੂੰ ਪੜ੍ਹਨਾ ਪਸੰਦ ਨਹੀਂ ਕਰਨਗੇ। ਅਜਿਹੇ ਲੇਖ ਲਿਖਣੇ ਕੋਈ ਸੁਖਾਲਾ ਕਾਰਜ ਨਹੀਂ ਹੈ। ਅਜਿਹੀਆਂ ਰਚਨਾਵਾਂ ਨੂੰ ਰੌਚਕ ਬਣਾਉਣਾ ਹੀ ਲੇਖਕ ਦੀ ਪ੍ਰਤਿਭਾ ਨੂੰ ਪਾਠਕ ਸਾਹਮਣੇ ਰੱਖਦਾ ਹੈ। ਹਾਂਜੀ, ਜਿਹੜੀ ਹੁਣ ਆਪਣੀ ਹੁੰਦੀ ਆ ਕਵਿਤਾਵਾਂ, ਜਿਹੜੀਆਂ ਬੱਚਿਆਂ ਵਾਸਤੇ ਕਵਿਤਾਵਾਂ ਲਿਖੀਆਂ ਜਾਂਦੀਆਂ, ਉਹ ਛੋਟੀਆਂ ਛੋਟੀਆਂ ਕਵਿਤਾਵਾਂ ਹੁੰਦੀਆਂ, ਉਹਦੇ ਜਿਹੜੀ ਸ਼ਬਦ ਚੋਣ ਕੀਤੀ ਜਾਂਦੀ ਉਹ ਬੱਚਿਆਂ ਦੀ ਏਜ ਦੇ ਅਕੋਰਡਿੰਗ ਕੀਤੀ ਜਾਂਦੀ ਹੈ। ਜਿਹੜੇ ਕਵਿਤਾਵਾਂ ਦੇ ਵਿੱਚ ਸ਼ਬਦ ਹੁੰਦੇ ਆ ਉਹ ਬੱਚਿਆਂ ਦੀ ਏਜ ਦੇ ਅਨੁਸਾਰ ਹੀ ਹੁੰਦੇ ਆ, ਔਰ ਜਿਹੜੇ ਵਿਸ਼ੇ ਲਏ ਜਾਂਦੇ ਆ ਕਵਿਤਾਵਾਂ ਦੇ ਉਹ ਵੀ ਬੱਚਿਆਂ ਦੀ ਏਜ ਦੇ ਅਕੋਰਡਿੰਗ ਹੀ ਹੁੰਦੇ ਆ। ਬਾਲ ਸਾਹਿਤ ਦਾ ਸਭ ਤੋਂ ਹਰਮਨ ਪਿਆਰਾ ਰੂਪ ਕਵਿਤਾਵਾਂ ਨੂੰ ਮੰਨਿਆ ਗਿਆ ਹੈ, ਕਿਉਂਕਿ ਇਹਨਾਂ ਦਾ ਆਕਾਰ ਛੋਟਾ ਹੁੰਦਾ ਹੈ। ਦੂਜਾ ਸਭ ਤੋਂ ਵੱਡੀ ਗੱਲ ਇਹਨਾਂ ਦੀ ਸੰਗੀਤਮਈ ਹੋਣਾ, ਔਰ ਜਿਹੜੀ ਬੱਚਿਆਂ ਦੀਆਂ ਕਵਿਤਾਵਾਂ ਹੁੰਦੀਆਂ ਉਹ ਕਿ ਲੈਅਮਈ ਹੁੰਦੀਆਂ ਨੇ, ਸੰਗੀਤਮਈ ਹੁੰਦੀਆਂ, ਜਿਹਨੂੰ ਕਿ ਬੱਚੇ ਗਾ ਸਕਦੇ। ਉਹ ਛੋਟੀਆਂ ਛੋਟੀਆਂ ਤੁਕਾਂ ਹੁੰਦੀਆਂ ਨੇ ਜਿਹੜੇ ਬੱਚੇ ਗੁਣਗੁਣਾਉਂਦੇ ਆ, ਤੇ ਗੁਣਗੁਣਾਉਂਦੇ ਗਣਾਉਂਦੇ ਜਦੋਂ ਕਿ ਉਹ ਸਿੱਖਣਾ ਸ਼ੁਰੂ ਕਰ ਦਿੰਦੇ ਆ। ਬੱਚੇ ਕਵਿਤਾਵਾਂ ਵਾਲੀਆਂ ਪੁਸਤਕਾਂ ਨੂੰ ਬਹੁਤ ਖੁਸ਼ ਹੋ ਕੇ ਪੜ੍ਹਦੇ ਹਨ। ਇਹ ਜਿੰਨੀ ਪੜ੍ਹਨ ਵਿੱਚ ਆਸਾਨ ਹੁੰਦੀ ਹੈ, ਇਸ ਤੋਂ ਕਿਤੇ ਵੱਧ ਮਨੋਰੰਜਨ ਭਰਪੂਰ ਹੁੰਦੀ ਹੈ। ਕਵਿਤਾਵਾਂ ਵਾਲੀਆਂ ਬਾਲ ਸਾਹਿਤ ਦੀਆਂ ਪੁਸਤਕਾਂ ਬਾਰ-ਬਾਰ ਪੜ੍ਹ ਕੇ ਬੱਚੇ ਬੋਰੀਅਤ ਮਹਿਸੂਸ ਨਹੀਂ ਕਰਦੇ। ਕਵਿਤਾਵਾਂ ਵਿੱਚ ਤੁਕਾਂਤ ਦਾ ਧਿਆਨ ਰੱਖਿਆ ਹੋਣਾ ਚਾਹੀਦਾ ਹੈ। ਇਹ ਜ਼ਿਆਦਾ ਲੰਮੀਆਂ ਨਹੀਂ ਹੋਣੀਆਂ ਚਾਹੀਦੀਆਂ। ਇਹਨਾਂ ਕਵਿਤਾਵਾਂ ਵਿੱਚ ਰੰਗਦਾਰ ਤਸਵੀਰਾਂ ਹੁੰਦੀਆਂ ਹਨ। ਬੱਚੇ ਉਹਨਾਂ ਨੂੰ ਬਹੁਤ ਪਸੰਦ ਕਰਦੇ ਹਨ ਤੇ ਚਾਈਂ ਪੜ੍ਹਦੇ ਹਨ। ਜੀਵਨੀਆਂ ਹੁੰਦੀਆਂ, ਜੀਵਨੀਆਂ ਕਿਸੇ ਸੂਰਵੀਰਾਂ ਨਾਲ, ਦੇਸ਼ ਭਗਤਾਂ ਨਾਲ, ਗੁਰੂ ਪੀਰਾਂ ਨਾਲ, ਸੰਤਾਂ ਨਾਲ, ਉਹਨਾਂ ਦੇ ਜੀਵਨ ਦੇ ਬਾਰੇ ਜੋ ਵੀ ਆਪਾਂ ਲਿਖਦੇ ਹਾਂ ਉਹ ਕੀ ਹੁੰਦੀਆਂ, ਜੀਵਨੀਆਂ ਹੁੰਦੀਆਂ। ਇਹਨਾਂ ਜੀਵਨੀਆਂ ਨੂੰ ਪੜ੍ਹ ਕੇ ਬੱਚਿਆਂ ਵਿੱਚ ਦੇਸ਼ ਦੁਨੀਆ ਦੇ ਮਹਾਨ ਲੋਕਾਂ ਤੇ ਉਹਨਾਂ ਦੁਆਰਾ ਕੀਤੇ ਗਏ ਮਹਾਨ ਕਾਰਜਾਂ ਬਾਰੇ ਪਤਾ ਲੱਗਦਾ। ਬੱਚਿਆਂ ਨੂੰ ਇਹਨਾਂ ਦੇ ਜੀਵਨ ਤੋਂ ਸਿੱਖਣ ਨੂੰ ਬਹੁਤ ਚੰਗੀਆਂ ਚੀਜ਼ਾਂ ਮਿਲਦੀਆਂ ਹਨ। ਕੁਝ ਬੱਚੇ ਤਾਂ ਵੱਖ-ਵੱਖ ਮਹਾਨ ਲੋਕਾਂ ਨੂੰ ਆਪਣੀ ਰੁਚੀ ਮੁਤਾਬਿਕ ਆਪਣਾ ਆਦਰਸ਼ ਬਣਾ ਲੈਂਦੇ ਹਨ। ਨਾਟਕ ਤੇ ਇਕਾਂਗੀਆਂ ਹੁੰਦੀਆਂ ਨੇ। ਬੱਚਿਆਂ ਨੂੰ ਨਾਟਕ ਅਤੇ ਇਕਾਂਗੀਆਂ ਬਹੁਤ ਪਸੰਦ ਹੁੰਦੇ ਹਨ। ਇਸ ਵਿਚਾਲੇ ਨਾਇਕ, ਨਾਇਕਾ ਅਤੇ ਖਲਨਾਇਕ ਬਾਰੇ ਆਪਣੀ ਵੱਖਰੀ ਰਾਏ ਰੱਖਦੇ ਹਨ। ਸਭ ਤੋਂ ਵੱਡੀ ਗੱਲ ਕਿ ਬੱਚੇ ਨਾਟਕ ਜਾਂ ਇਕਾਂਗੀ ਆਦਿ ਪੜ੍ਹਨ ਤੋਂ ਬਾਅਦ ਉਸ ਨੂੰ ਆਪਣੇ ਸਾਥੀਆਂ ਨਾਲ ਮਿਲ ਕੇ ਖੇਡਦੇ ਵੀ ਹਨ। ਇਹ ਆਦਤਾਂ ਜਾਂ ਸੁਭਾਅ ਅੱਗੇ ਚੱਲ ਕੇ ਉਹਨਾਂ ਨੂੰ ਸਟੇਜ ਤੇ ਇਕਾਂਗੀ ਜਾਂ ਨਾਟਕ ਆਦਿ ਖੇਡਣ ਦੇ ਵਿੱਚ ਸਹਾਇਤਾ ਦਿੰਦੇ ਆ। ਸਟੇਜ ਤੇ ਇਕਾਂਗੀ ਖੇਡਣ ਨਾਲ ਬੱਚਿਆਂ ਵਿੱਚ ਆਤਮ ਵਿਸ਼ਵਾਸ ਵੀ ਵੱਧਦਾ, ਇਹਨਾਂ ਨੂੰ ਸਵੈ ਪ੍ਰਗਟਾਵੇ ਦੀ ਭਾਵਨਾ ਵੱਧਦੀ, ਉਹਨਾਂ ਦਾ ਬੋਲਚਾਲ ਜਿਹੜੀ ਆਪਣੀ ਸਕਿੱਲਸ ਉਹਦੇ ਵਿੱਚ ਵਾਧਾ ਹੁੰਦਾ ਹੈ। ਬੱਚਿਆਂ ਲਈ ਲਿਖੇ ਜਾਣ ਵਾਲੇ ਨਾਟਕ ਉਹਨਾਂ ਦੇ ਪੱਧਰ ਦੇ ਹੋਣੇ ਚਾਹੀਦੇ ਹਨ। ਹਾਂਜੀ, ਉਹੀ ਗੱਲ ਆ ਗਈ ਕਿ ਜੋ ਵੀ ਆਪਾਂ ਬੱਚਿਆਂ ਵਾਸਤੇ ਨਾਟਕ ਲਿਖਦੇ ਹਾਂ, ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਵੀ ਆਪਾਂ ਉਹਨਾਂ ਵਾਸਤੇ ਲਿਖ ਰਹੇ ਹਾਂ, ਉਹ ਕੀ ਉਹਨਾਂ ਦੀ ਏਜ ਦੇ ਅਕੋਰਡਿੰਗ ਹੋਣੇ ਚਾਹੀਦੇ, ਉਹਨਾਂ ਦੇ ਪੱਧਰ ਦੇ ਅਨੁਸਾਰ ਹੋਣੇ ਚਾਹੀਦੇ ਆ। ਇਹਨਾਂ ਦੀ ਭਾਸ਼ਾ ਸਰਲ ਹੋਣੀ ਚਾਹੀਦੀ। ਹਾਂਜੀ, ਜਿਹੜੀ ਸ਼ਬਦ ਚੋਣ ਉਹਨਾਂ ਦੀ ਕਰਨੀ ਹੈ ਉਹ ਬੱਚਿਆਂ ਦੇ ਅਕੋਰਡਿੰਗ ਹੋਏ, ਬੱਚਿਆਂ ਦੀ ਏਜ ਦੇ ਅਨੁਸਾਰ ਹੋਏ। ਇਹ ਨਾ ਹੋਏ ਕਿ ਉਸ ਵਿੱਚ ਆਪਾਂ ਸ਼ਬਦ ਹੀ ਇੰਨੇ ਔਖੇ ਲੈ ਆਈਏ ਕਿ ਬੱਚਿਆਂ ਨੂੰ ਉਸ ਦੀ ਸਮਝ ਨਾ ਆਵੇ, ਜਾਂ ਉਹਨਾਂ ਦੇ ਮੈਂਟਲ ਪੱਧਰ ਦੇ ਅਨੁਸਾਰ ਉਹ ਸ਼ਬਦ ਹੋਣ ਹੀ ਨਾ।
ਇਹਨਾਂ ਦੀ ਭਾਸ਼ਾ ਸਰਲ ਹੋਣੀ ਚਾਹੀਦੀ ਹੈ ਤੇ ਵਿਸ਼ਾ ਅਜਿਹਾ ਹੋਵੇ ਕਿ ਇਸ ਤੋਂ ਪਹਿਲਾਂ ਹੀ ਜਾਣੂ ਹੋਣ ਤਾਂ ਕਿ ਸਟੇਜ ਤੇ ਇਕਾਂਗੀ ਜਾਂ ਨਾਟਕ ਖੇਡਦੇ ਸਮੇਂ ਵਧੇਰੇ ਆਸਾਨੀ ਹੋਵੇ। ਹਾਂਜੀ, ਜੋ ਆਪਾਂ ਬੱਚਿਆਂ ਵਾਸਤੇ ਵਿਸ਼ਾ ਲਿਖ ਰਹੇ ਹਾਂ, ਵਿਸ਼ਾ ਲੈ ਰਹੇ ਹਾਂ, ਉਹ ਬੱਚਿਆਂ ਦੀ ਆਮ ਜ਼ਿੰਦਗੀ ਜਾਂ ਉਸ ਦੇ ਬਾਰੇ ਪਹਿਲਾਂ ਜਾਣੂ ਹੋਣ। ਇਸ ਦੀ ਭਾਸ਼ਾ ਰੌਚਕ ਅਤੇ ਵਾਰਤਾਲਾਪ ਚੁਸਤ ਹੋਣੇ ਚਾਹੀਦੇ ਹਨ। ਹਾਂਜੀ, ਜਿਹੜਾ ਆਪਣਾ ਨਾਵਲ ਆ, ਅਗਲਾ ਆ ਗਿਆ ਜੀ ਨਾਵਲ। ਬੱਚਿਆਂ ਲਈ ਨਾਵਲ ਜ਼ਿਆਦਾ ਵੱਡੇ ਆਕਾਰ ਦੇ ਨਹੀਂ ਹੋਣੇ ਚਾਹੀਦੇ। ਵੱਡੇ ਨਾਵਲਾਂ ਦਾ ਬੱਚਿਆਂ ਲਈ ਕੋਈ ਸਥਾਨ ਨਹੀਂ ਹੈ। ਛੋਟੇ ਨਾਵਲ ਜਾਂ ਨਾਵਲ ਬਾਲ ਸਾਹਿਤ ਦਾ ਹਿੱਸਾ ਬਣ ਸਕਦੇ ਹਨ। ਇਸ ਤੇ ਪਾਤਰ ਥੋੜੇ ਹੋਣੇ ਚਾਹੀਦੇ ਨੇ, ਇੱਕ ਜਿਹੜੇ ਪਾਤਰ ਵੀ ਇਹਦੇ ਕਿੰਨੇ ਉਹ ਘੱਟ ਹੋਣੇ ਚਾਹੀਦੇ ਹਨ, ਤੇ ਪਾਤਰਾਂ ਦੀ ਜਿਹੜੀ ਵਾਰਤਾਲਾਪ ਆ ਉਹ ਵੀ ਸਧਾਰਨ ਹੋਣੀ ਚਾਹੀਦੀ ਆ, ਤੇ ਬੱਚਿਆਂ ਦੀ ਉਮਰ ਦੇ ਅਨੁਸਾਰ ਹੀ ਹੋਣੀ ਚਾਹੀਦੀ ਹੈ, ਬੱਚਿਆਂ ਦੇ ਪੱਧਰ ਦੇ ਅਨੁਸਾਰ ਹੋਣੀ ਚਾਹੀਦੀ ਹੈ। ਜੋ ਮਰਜ਼ੀ ਲਿਖ ਦਿਓ, ਇਹ ਚੰਗੀ ਸਿੱਖਿਆ ਦੇਣ ਵਾਲਾ ਹੋਣਾ ਚਾਹੀਦਾ ਹੈ। ਹਾਂਜੀ, ਅਗਲਾ ਨੈਕਸਟ ਆਪਣਾ ਹੈ ਚਿੱਠੀ ਪੱਤਰ। ਬਾਲ ਸਾਹਿਤ ਦੀਆਂ ਚਿੱਠੀਆਂ ਪੱਤਰ ਵੀ ਬੜਾ ਚੰਗਾ ਸਾਹਿਤ ਰੂਪ ਹੈ। ਇਹ ਚਿੱਠੀਆਂ ਬੱਚਿਆਂ ਵੱਲੋਂ ਬੱਚਿਆਂ ਨੂੰ ਲਿਖੀਆਂ ਹੋਣ, ਚਾਹੇ ਮਾਪਿਆਂ ਵੱਲੋਂ ਆਪਣੇ ਬੱਚਿਆਂ ਨੂੰ ਲਿਖੀਆਂ ਹੋਣ। ਜਿਵੇਂ ਜਵਾਹਰ ਲਾਲ ਨਹਿਰੂ ਵੱਲੋਂ ਜੇਲ੍ਹ ਵਿੱਚੋਂ ਆਪਣੀ ਧੀ ਨੂੰ ਲਿਖੀਆਂ ਹੋਈਆਂ ਚਿੱਠੀਆਂ ਦਾ ਸੰਗ੍ਰਹਿ ਬਹੁਤ ਰੌਚਕ ਪੁਸਤਕਾਂ ਬਣ ਚੁੱਕਿਆ ਹੈ। ਇਸ ਪੁਸਤਕ ਨੂੰ ਕਈ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਕਰਕੇ ਬਾਲ ਸਾਹਿਤ ਦਾ ਅੰਗ ਬਣਾਇਆ ਗਿਆ ਹੈ। ਇਸ ਤਰ੍ਹਾਂ ਬਾਲਕਾਂ ਵੱਲੋਂ ਆਪਣੇ ਸਾਥੀਆਂ, ਮਾਤਾ ਪਿਤਾ ਤੇ ਜਿਹੜੇ ਆਪਣੇ ਹੋਰਨਾਂ ਨੂੰ ਲਿਖੀਆਂ ਗਈਆਂ ਚਿੱਠੀਆਂ ਦਾ ਸੰਗ੍ਰਹਿ ਵੀ ਬਹੁਤ ਵਧੀਆ ਬਾਲ ਪੁਸਤਕਾਂ ਬਣ ਸਕਦਾ ਹੈ। ਹਾਂਜੀ, ਜਿਹੜਾ ਨੈਕਸਟ ਆਪਣਾ ਮੋਸਟ ਇੰਪੋਰਟੈਂਟ ਕੁਐਸਚਨ ਆ ਉਹ ਹੈ ਜੀ ਕਵਿਤਾਵਾਂ ਦਾ ਅਧਿਆਪਨ। ਹਾਂਜੀ, ਜਿਹੜੀਆਂ ਕਵਿਤਾ ਸਾਹਿਤ ਦਾ ਇੱਕ ਜ਼ਰੂਰੀ ਅੰਗ ਹੈ। ਇਹ ਮਨੁੱਖ ਦੇ ਮਨੋਭਾਵਾਂ, ਵਿਚਾਰਾਂ ਪੂਰੇ ਸੁਰ, ਲੈਅ ਅਤੇ ਸੰਗੀਤਮਈ ਢੰਗ ਨਾਲ ਪੇਸ਼ ਕਰਨ ਦਾ ਜ਼ਰੀਆ ਹੈ। ਹਾਂਜੀ, ਜਿਹੜੀ ਕਵਿਤਾ ਹੁੰਦੀ ਨਾ, ਇੱਕ ਤਾਂ ਸੁਰ ਦੇ ਵਿੱਚ ਹੁੰਦੀ ਆ, ਇੱਕ ਸੰਗੀਤਮਈ ਹੁੰਦੀ ਹੈ। ਇਸ ਕਰਕੇ ਜਿਹੜੀ ਆਪਾਂ ਨੂੰ ਕਵਿਤਾ ਜਿਹੜੀ ਬਹੁਤ ਵਧੀਆ ਲੱਗਦੀ ਆ। ਤੇ ਜਿਹੜਾ ਆਪਣਾ ਇਸ ਦੇ ਵਿੱਚ ਆਪਾਂ ਜਿਹੜੇ ਭਾਵਾਂ ਤੇ ਵਿਚਾਰਾਂ ਨੂੰ ਆਪਾਂ ਪੇਸ਼ ਕਰਦੇ ਆ ਨਾ, ਉਹ ਵੀ ਇੱਕ ਲੈਅਮਈ, ਸੰਗੀਤਮਈ ਤਰੀਕੇ ਨਾਲ ਪੇਸ਼ ਕਰਦੇ ਆ। ਕਵਿਤਾ ਸਾਹਿਤ ਦਾ ਇੱਕ ਅਜਿਹਾ ਅੰਗ ਹੈ ਜਿਸ ਦਾ ਜਨਮ ਸਾਹਿਤ ਦੇ ਦੂਜੇ ਰੂਪਾਂ ਨਾਲੋਂ ਪਹਿਲਾਂ ਵਿਕਸਿਤ ਹੋਇਆ ਹੈ। ਜਿਹੜੀ ਕਵਿਤਾ ਉਹ ਦੂਜੇ ਰੂਪਾਂ ਨਾਲੋਂ ਪਹਿਲਾਂ ਵਿਕਸਿਤ ਹੋ ਗਈ ਸੀ। ਭਾਰਤ ਵਿੱਚ ਵੇਦਾਂ ਦੀ ਰਚਨਾ ਦੇ ਸਮੇਂ ਤੋਂ ਹੀ ਗੁਰੂ ਚੇਲਾ ਪਰੰਪਰਾ ਵਿੱਚ ਵੀ ਸਿੱਖਿਆ ਦਾ ਪ੍ਰਮੁੱਖ ਮਾਧਿਅਮ ਕਾਵਿ ਨੂੰ ਹੀ ਮੰਨਿਆ ਗਿਆ ਹੈ। ਹਾਂਜੀ, ਕਵਿਤਾ ਦੇ ਅਧਿਆਪਨ ਦੇ ਉਦੇਸ਼, ਇਹਨੂੰ ਜ਼ਰੂਰ ਕਰ ਲੈਣਾ, ਇਹਦੇ 'ਚ ਕੁਐਸਚਨ ਬਹੁਤ ਜ਼ਿਆਦਾ ਬਣ ਜਾਂਦੇ ਆ। ਕਵਿਤਾ ਪੜ੍ਹਾਉਣ ਦਾ ਕੋਈ ਨਾ ਕੋਈ ਉਦੇਸ਼ ਸਾਹਮਣੇ ਰੱਖ ਕੇ ਹੀ ਭਾਸ਼ਾ ਦੇ ਅਧਿਆਪਨ ਨੂੰ ਕਵਿਤਾ ਦਾ ਅਧਿਆਪਨ ਕਰਾਉਣਾ ਚਾਹੀਦਾ ਹੈ। ਕਵਿਤਾ ਅਧਿਆਪਨ ਦੇ ਉਦੇਸ਼ ਇਸ ਪ੍ਰਕਾਰ ਹੋ ਸਕਦੇ ਹਨ। ਹਾਂਜੀ, ਕੀ ਉਦੇਸ਼ ਹੋ ਸਕਦੇ? ਇੱਕ ਤਾਂ ਕਵਿਤਾ ਦੇ ਸਧਾਰਨ ਉਦੇਸ਼ ਹੁੰਦੇ ਆ, ਕਵਿਤਾ ਦੇ ਵਿਸ਼ੇਸ਼ ਉਦੇਸ਼ ਹੁੰਦੇ। ਹਾਂਜੀ, ਸਧਾਰਨ ਉਦੇਸ਼ ਦੇ ਵਿੱਚ ਕੀ ਹੁੰਦਾ ਕਿ ਆਪਾਂ ਬੱਚਿਆਂ ਦੇ ਵਿੱਚ ਭਾਸ਼ਾ ਜਿਹੜੀ ਆ, ਆਪਣੀ ਭਾਸ਼ਾ ਕੌਸ਼ਲਾਂ ਦਾ ਵਿਕਾਸ ਕਰਨਾ ਹੁੰਦਾ ਹੈ। ਹਾਂਜੀ, ਵਿਸ਼ੇਸ਼ ਉਦੇਸ਼ ਵਿੱਚ ਮੰਨ ਲਓ ਆਪਾਂ ਕੋਈ ਵੀ ਕਵਿਤਾ ਦੇਸ਼ ਭਗਤੀ ਦੀ ਕਰਵਾ ਰਹੇ ਹਾਂ, ਤੇ ਉਹਦੇ ਵਿੱਚ ਆਪਣਾ ਵਿਸ਼ੇਸ਼ ਉਦੇਸ਼ ਕੀ ਆ? ਦੇਸ਼ ਭਗਤੀ ਦੀ ਭਾਵਨਾ ਦਾ ਪੈਦਾ ਕਰਨਾ ਬੱਚਿਆਂ ਦੇ ਵਿੱਚ। ਹਾਂਜੀ, ਹੁਣ ਅੱਗੋਂ ਵੱਖ-ਵੱਖ ਉਦੇਸ਼ ਆ ਜਾਂਦੇ, ਪ੍ਰਾਇਮਰੀ ਪੱਧਰ ਦੇ ਆ ਜਾਂਦੇ, ਮਿਡਲ ਪੱਧਰ ਦੇ, ਉੱਚ ਪੱਧਰ ਦੇ, ਅੱਗੋਂ ਇਹਨਾਂ ਦੇ ਉਦੇਸ਼ ਆ ਗਿਆ। ਹਾਂਜੀ, ਕਵਿਤਾ ਦੇ ਸਧਾਰਨ ਉਦੇਸ਼ ਕਿਹੜੇ ਹਨ ਇਹ ਆਪਾਂ ਪੜ੍ਹਦੇ ਹਾਂ। ਵਿਦਿਆਰਥੀਆਂ ਨੂੰ ਕਵਿਤਾ ਦੇ ਜ਼ਰੂਰੀ ਤੱਤਾਂ ਤੋਂ ਜਾਣੂ ਕਰਵਾਉਣਾ, ਬੱਚਿਆਂ ਅੰਦਰ ਸੁਹਜ ਦ੍ਰਿਸ਼ਟੀ ਨੂੰ ਵਿਕਸਿਤ ਕਰਨਾ, ਬੱਚਿਆਂ ਦੇ ਆਚਰਣ ਦੀ ਉਸਾਰੀ, ਬੱਚਿਆਂ ਵਿੱਚ ਭਾਸ਼ਾ ਦਾ ਵਿਕਾਸ ਕਰਨਾ, ਬੱਚਿਆਂ ਦਾ ਭਾਵਾਂ ਦਾ ਗਿਆਨਵਾਤਮਕ ਵਿਕਾਸ ਕਰਨਾ, ਬੱਚਿਆਂ ਦਾ ਸਰਵਪੱਖੀ ਵਿਕਾਸ ਕਰਨਾ, ਭਾਸ਼ਾ ਕੌਸ਼ਲਾਂ ਦੇ ਵਿੱਚ ਵਿਕਾਸ ਕਰਨਾ। ਜਿੰਨੇ ਮਰਜ਼ੀ ਪੁਆਇੰਟ ਲਿਖ ਲੈਣਾ ਇੱਦਾਂ ਦੇ। ਹਾਂਜੀ, ਵਿਆਕਰਣ ਦੀ ਸਿੱਖਿਆ। ਵਿਆਕਰਣ ਸਿੱਖਿਆ ਦੀਆਂ ਵਿਧੀਆਂ ਕਿਹੜੀਆਂ ਵਿਆਕਰਣ ਸਿੱਖਿਆ ਦੀਆਂ? ਵਿਆਕਰਣ ਪੜ੍ਹਾਉਣ ਦੀਆਂ ਵੱਖ-ਵੱਖ ਸਿੱਖਿਆ ਸ਼ਾਸਤਰੀਆਂ ਨੇ ਵੱਖ-ਵੱਖ ਵਿਧੀਆਂ ਦਾ ਵਰਣਨ ਕੀਤਾ। ਹਾਂਜੀ, ਜਿੰਨੀਆਂ ਵੀ ਵਿਧੀਆਂ ਨੇ, ਇਹ ਵਿਧੀਆਂ ਵਾਲਾ ਬਹੁਤ ਜ਼ਰੂਰੀ ਹੈ। ਇਹ ਟੈਟ ਦੇ ਵਿੱਚ ਵੀ ਕੁਐਸਚਨ ਆਉਂਦੇ। ਇੰਡਕਟਿਵ, ਡਿਡਕਟਿਵ ਮੈਥਡ, ਇਹ ਵਿਧੀਆਂ ਹੀ ਨੇ। ਇਹਨਾਂ ਬਹੁਤ ਸਾਰੀਆਂ ਇਹਨਾਂ ਨੂੰ ਆਪਾਂ ਬੁੱਕਸ ਦੇ ਵਿੱਚ ਪੜ੍ਹ ਚੁੱਕੇ ਹਾਂ ਪਹਿਲਾਂ ਵੀ। ਇਹ ਪੰਜਾਬੀ ਦੇ ਵਿੱਚ ਹੀ ਨਹੀਂ, ਹੋਰ ਵੀ ਬੁੱਕਸ ਦੇ ਵਿੱਚ ਹੈਗੇ। ਇੰਡਕਟਿਵ, ਡਿਡਕਟਿਵ, ਜਿੰਨੀਆਂ ਤਰ੍ਹਾਂ ਦੀਆਂ ਵਿਧੀਆਂ ਹੈ ਨੇ। ਇੰਡਕਟਿਵ ਡਿਡਕਟਿਵ ਬਾਰੇ ਤਾਂ ਪੀਐਸ ਟੈਟ ਦੇ ਵਿੱਚ ਵੀ ਆਪਣੇ ਬਹੁਤ ਸਾਰੇ ਕੁਐਸਚਨ ਹਰ ਵਾਰ ਬਣਦੇ ਆ। ਇੱਕ ਜਾਂ ਦੋ ਕੁਐਸਚਨ ਪੀਐਸ ਟੈਟ ਦੇ ਵਿੱਚ ਵੀ ਵੇਖਣ ਨੂੰ ਜ਼ਰੂਰ ਮਿਲਦੇ ਆ। ਹਾਂਜੀ, ਆ ਤੁਸੀਂ ਇਹਨਾਂ ਸਾਰੀਆਂ ਵਿਧੀਆਂ ਨੂੰ ਇੱਕ ਵਾਰ ਪੜ੍ਹ ਲੈਣਾ। ਹਾਂਜੀ, ਚੰਗੇ ਮੁਲਾਂਕਣ ਦੀਆਂ ਵਿਸ਼ੇਸ਼ਤਾਵਾਂ ਤੇ ਗੁਣ ਕਿਹੜੇ ਆ?
ਹਾਂਜੀ, ਜਿਹੜਾ ਮੁਲਾਂਕਣ, ਚੰਗਾ ਮੁਲਾਂਕਣ ਦੇ ਵਿਸ਼ੇਸ਼ ਗੁਣ ਕਿਹੜੇ-ਕਿਹੜੇ ਹੁੰਦੇ ਆ? ਇੱਕ ਤਾਂ ਹੁੰਦੇ ਨਿਰੰਤਰਤਾ, ਠੀਕ ਹੈ ਜੀ, ਲਚਕੀਲਾਪਣ ਹੁੰਦਾ ਹੈ। ਹਾਂਜੀ, ਚਲੋ ਇਹਨਾਂ ਨੂੰ ਆਪਾਂ ਡਿਟੇਲ ਦੇ ਵਿੱਚ ਹੀ ਪੜ੍ਹ ਲੈਂਦੇ ਹਾਂ। ਨਿਰੰਤਰਤਾ ਕਿੱਦਾਂ ਹੁੰਦੀ? ਚੰਗੇ ਮੁਲਾਂਕਣ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਸ ਨੂੰ ਨਿਰੰਤਰਤਾ ਦਾ ਗੁਣ ਮੌਜੂਦ ਹੁੰਦਾ। ਹਾਂਜੀ, ਨਿਰੰਤਰ ਕੀਤਾ ਜਾਂਦਾ। ਇਸ ਪ੍ਰਕਾਰ ਮੁਲਾਂਕਣ ਇੱਕ ਨਿਰੰਤਰ ਚੱਲਣ ਵਾਲੀ ਪ੍ਰਕਿਰਿਆ। ਹਾਂਜੀ, ਇਹ ਜਿਹੜੀ ਆਪਾਂ ਇਸ ਦੇ ਬਾਰੇ ਆਪਾਂ ਪਹਿਲਾਂ ਵੀ ਵੀਡੀਓ ਬਣੀਆਂ ਹੋਈਆਂ, ਉਹ ਵੀ ਆਪਣੀਆਂ ਪਲੇਲਿਸਟ ਦੇ ਵਿੱਚ ਜਾ ਕੇ ਜਾਂ ਸਰਚ ਕਰ ਲੈਣਾ, ਦੇਖ ਲੈਣਾ। ਵਿਆਪਕਤਾ ਹੁੰਦੀ ਹੈ ਜੀ, ਮੁਲਾਂਕਣ ਵਿਆਪਕ ਹੁੰਦਾ ਹੈ। ਇਸ ਵਿੱਚ ਸ਼ਖਸੀਅਤ ਦੇ ਸਾਰੇ ਤੱਤ ਭਾਵ ਸਾਰੇ ਗੁਣਾਂ ਦਾ ਕੀ ਆ ਆਪਾਂ ਮੁਲਾਂਕਣ ਕਰਦੇ ਹਾਂ। ਮਾਨਸਿਕ, ਚਾਹੇ ਉਹ ਮਾਨਸਿਕ ਹੋਵੇ, ਸਮਾਜਿਕ ਹੋਵੇ, ਜਾਂ ਕਿਸੇ ਤਰ੍ਹਾਂ ਦਾ ਵੀ ਹੋਵੇ, ਉਹ ਆਪਾਂ ਸਾਰੇ ਇਹਦੇ ਵਿੱਚ ਕੀ ਆ ਉਹਨਾਂ ਦਾ ਆਬਜ਼ਰਵੇਸ਼ਨ ਕਰਦੇ ਹਾਂ ਔਰ ਇਹਦੇ ਵਿੱਚ ਉਹਨਾਂ ਨੂੰ ਸੰਤੁਲਨ ਉਹਨਾਂ ਦੇ ਵਿੱਚ ਕਾਇਮ ਕਰਦੇ ਹਾਂ। ਵਿਸ਼ਵਾਸਯੋਗਤਾ, ਮੁਲਾਂਕਣ ਦਾ ਨਤੀਜਾ ਸਥਿਰ ਅਤੇ ਪੱਕਾ ਹੋਣਾ ਚਾਹੀਦਾ ਹੈ, ਭਾਵੇਂ ਪ੍ਰੀਖਿਆ ਕਿੰਨੀ ਵਾਰੀ ਵੀ ਕਰਵਾਈ ਜਾਵੇ। ਜੇਕਰ ਮੁਲਾਂਕਣ ਵਿਸ਼ਵਾਸੀ ਹੈ ਤਾਂ ਇਸ ਵਿੱਚ ਬੱਚਿਆਂ ਦੁਆਰਾ ਪ੍ਰਾਪਤ ਅੰਕ ਲਗਭਗ ਇੱਕੋ ਜਿਹੇ ਹੁੰਦੇ ਹਨ। ਸੁਯੋਗਤਾ, ਇਸ ਉਦੇਸ਼ ਦਾ ਮੁਲਾਂਕਣ ਕਰਨਾ ਹੈ ਕਿ ਜੇਕਰ ਉਸ ਨੂੰ ਮੁਲਾਂਕਣ ਰਾਹੀਂ ਹੋ ਜਾਂਦਾ ਹੈ ਤਾਂ ਉਹ ਸਾਧਨ ਸੁਯੋਗ ਹੋਵੇਗਾ, ਉਸ ਵਿੱਚ ਕੋਈ ਵੀ ਘਾਟ ਨਹੀਂ ਰਹੇਗੀ ਅਤੇ ਉਹ ਆਪਣੇ ਆਪ ਵਿੱਚ ਪਰਿਪੂਰਨ ਹੋਵੇਗਾ। ਉਪਯੋਗਤਾ ਕੀ ਹੋਏਗੀ ਕਿ ਚੰਗਾ ਮੁਲਾਂਕਣ ਇੱਕ ਤਾਂ ਜੀਵਨ ਨਾਲ ਸੰਬੰਧਿਤ ਹੁੰਦਾ ਹੈ ਅਤੇ ਦੂਜਾ ਉਸ ਨੂੰ ਸੌਖੀ ਤਰ੍ਹਾਂ ਵਿਵਹਾਰ ਵਿੱਚ ਲਿਆਂਦਾ ਜਾ ਸਕਦਾ ਹੈ। ਇਹ ਸਿਰਫ ਕਿਤਾਬਾਂ ਵਿੱਚ ਹੀ ਨਹੀਂ ਲਿਖਿਆ ਜਾਂਦਾ। ਹਾਂਜੀ, ਜਿਹੜਾ ਉਪਯੋਗਤਾ ਆਉਂਦੀ ਆ, ਸਿਰਫ ਵੀ ਆਪਾਂ ਇਹਨੂੰ ਕਿਤਾਬਾਂ ਦੇ ਵਿੱਚ ਨਹੀਂ ਲਿਖ ਸਕਦੇ, ਇਹਨੂੰ ਆਪਾਂ ਆਪਣੇ ਜੀਵਨ ਤੇ ਵੀ ਇੰਪਲੀਮੈਂਟ ਕਰ ਸਕਦੇ ਹਾਂ। ਹਾਂਜੀ, ਅਗਲੇ ਜਿਹੜੇ ਪੁਆਇੰਟ ਆ ਤੁਸੀਂ ਪੜ੍ਹ ਲੈਣਾ। ਹਾਂਜੀ, ਸਭ ਤੋਂ ਜ਼ਰੂਰੀ ਕੁਐਸਚਨ ਆਪਣਾ ਬਹੁਤ ਜ਼ਿਆਦਾ ਵਾਰ ਆਇਆ, ਪਾਠ ਯੋਜਨਾ। ਹਾਂਜੀ, ਪਾਠ ਯੋਜਨਾ ਤੁਹਾਡੀ ਕਿਹੜੀ ਆ ਅਤੇ ਸ਼੍ਰੇਣੀ ਅਭਿਆਸ। ਪਾਠ ਯੋਜਨਾ ਵਾਲਾ ਕੁਐਸਚਨ ਆ ਜਿਹੜਾ ਤੁਸੀਂ ਜ਼ਰੂਰ ਯਾਦ ਕਰਨਾ ਔਰ ਇਹ ਹਰ ਵਾਰ ਲਗਭਗ ਰਿਪੀਟ ਹੋ ਜਾਂਦਾ ਕੁਐਸਚਨ। ਹਾਂਜੀ, ਪਾਠ ਯੋਜਨਾ ਕੀ ਆ ਆਪਣੀ? ਪਾਠ ਯੋਜਨਾ ਦੇ ਤੁਸੀਂ ਦੋ ਪਰਿਭਾਸ਼ਾਵਾਂ ਯਾਦ ਕਰ ਲੈਣਾ। ਆਪਣੇ ਕੋਲੇ ਹੁਣ ਪੇਪਰ ਦੇ ਅਕੋਰਡਿੰਗ ਆਪਾਂ ਜਲਦੀ ਇਸ ਨੂੰ ਕਰ ਰਹੇ ਹਾਂ। ਜੇਕਰ ਤੁਹਾਨੂੰ ਲੱਗਦਾ ਕਿ ਜ਼ਿਆਦਾ ਸਪੀਡ ਆ ਤਾਂ ਆਪਣੇ ਜਾ ਕੇ ਸੈਟਿੰਗ ਦੇ ਵਿੱਚੋਂ ਸਪੀਡ ਥੋੜੀ ਜਿਹੀ ਸਲੋ ਕਰ ਲਿਆ ਕਰੋ। ਹਾਂਜੀ, ਪਾਠ ਯੋਜਨਾ ਦੀਆਂ ਤੁਸੀਂ ਪਰਿਭਾਸ਼ਾਵਾਂ ਕਰ ਲੈਣੀਆਂ। ਹਾਂਜੀ, ਪਾਠ ਯੋਜਨਾ ਹੁੰਦਾ ਕੀ ਆ? ਜਦੋਂ ਅਧਿਆਪਕ ਕੋਈ ਵੀ ਆਪਣਾ ਪੜ੍ਹਾਉਣ ਲਈ ਆਪਣਾ ਪਾਠ ਤਿਆਰ ਕਰਦਾ, ਆਪਣਾ ਵਿਸ਼ਾ ਵਸਤੂ ਤਿਆਰ ਕਰਦਾ, ਉਹਦੀ ਜਿਹੜੀ ਪਹਿਲਾਂ ਯੋਜਨਾ ਉਹ ਬਣਾਉਂਦਾ, ਉਹੀ ਕੀ ਹੁੰਦੀ ਹੈ? ਆਪਣੀ ਪਾਠ ਯੋਜਨਾ ਹੁੰਦੀ ਹੈ। ਥੋੜਾ ਇਹਨੂੰ ਆਪਾਂ ਪੜ੍ਹ ਲੈਂਦੇ ਇਸ ਬਾਰੇ। ਹਾਂਜੀ, ਪਾਠ ਯੋਜਨਾ ਕੀ ਆ? ਪਾਠ ਯੋਜਨਾ ਸਧਾਰਨ ਅਤੇ ਵਿਸ਼ੇਸ਼ ਲਕਸ਼ਣ ਜਾਂ ਆਪਣੀ ਉਦੇਸ਼ਾਂ ਨੂੰ ਪ੍ਰਾਪਤ ਕਰਨ ਵਾਸਤੇ ਉਹਨਾਂ ਵਿਸ਼ੇਸ਼ ਸਾਧਨਾਂ ਦਾ ਕਥਨ ਹੈ ਜਿਨ੍ਹਾਂ ਦੇ ਦੁਆਰਾ ਵਿਦਿਆਰਥੀ ਨਿਸ਼ਚਿਤ ਸਮੇਂ ਤੇ ਅਧਿਆਪਕ ਦੀ ਅਗਵਾਈ ਵਿੱਚ ਉਹਨਾਂ ਉਦੇਸ਼ਾਂ ਨੂੰ ਪ੍ਰਾਪਤ ਕਰਦਾ ਹੈ। ਮਤਲਬ ਕਿ ਪਾਠ ਯੋਜਨਾ ਕੀ ਆ? ਆਪਣਾ ਬਾਈਨਿੰਗ ਦੇ ਅਨੁਸਾਰ ਕੀ ਆ? ਦੈਨਿਕ ਪਾਠ ਯੋਜਨਾ ਵਿੱਚ ਉਦੇਸ਼ਾਂ ਨੂੰ ਪਰਿਭਾਸ਼ਿਤ ਕਰਨਾ, ਪਾਠ ਵਸਤੂ ਦੀ ਚੋਣ ਕਰਨਾ ਅਤੇ ਵਿਧੀਆਂ ਤੇ ਪ੍ਰਕਿਰਿਆ ਦਾ ਨਿਰਧਾਰਨ ਕਰਨਾ। ਪਾਠ ਯੋਜਨਾ ਕੀ ਹੈ? ਇੱਕ ਅਧਿਆਪਕ ਜਦੋਂ ਵੀ ਆਪਣੀ ਪਾਠ ਯੋਜਨਾ ਬਣਾਉਂਦਾ, ਮੰਨ ਲਓ ਆਪਾਂ ਕੱਲ ਕੋਈ ਬੱਚਿਆਂ ਨੂੰ ਟੌਪਿਕ ਅੱਗੇ ਕਰਵਾਉਣਾ, ਉਸ ਵਾਸਤੇ ਪਹਿਲਾਂ ਆਪਣੇ ਉਦੇਸ਼ ਕੀ ਆ ਬੱਚੇ ਦੇ, ਉਹਦੀ ਪਾਠ ਜਾਂ ਵਿਸ਼ਾ ਵਸਤੂ ਦੀ ਚੋਣ ਕਿਵੇਂ ਆਪਾਂ ਕਰਦੇ ਹਾਂ, ਜਾਂ ਆਪਣੇ ਪੜ੍ਹਾਉਣ ਦੇ ਕੀ ਢੰਗ ਰਹਿਣ ਵਾਲੇ ਆ, ਜਾਂ ਆਪਾਂ ਉਹਨਾਂ ਦੀ ਪ੍ਰੀਵੀਅਸ ਨੌਲੇਜ ਕਿਵੇਂ ਚੈੱਕ ਕਰਨੀ, ਇਹ ਸਭ ਕੁਝ ਕੀ ਆ? ਪਾਠ ਯੋਜਨਾ ਦੇ ਵਿੱਚ ਹੀ ਆ ਜਾਂਦਾ। ਪਾਠ ਯੋਜਨਾ ਦੇ ਉਦੇਸ਼ ਕੀ ਹੁੰਦੇ ਆ ਜੀ? ਹਾਂਜੀ, ਇਹ ਵੀ ਬਹੁਤ ਜ਼ਿਆਦਾ ਜ਼ਰੂਰੀ ਆ। ਹਾਂਜੀ, ਅਧਿਆਪਨ ਸਿੱਖਣ ਪ੍ਰਕਿਰਿਆ ਦੇ ਉਦੇਸ਼ਾਂ ਨੂੰ ਸਪਸ਼ਟ ਕਰਨਾ। ਹਾਂਜੀ, ਜਿਹੜੇ ਕੀ ਆ ਆਪਾਂ ਮੰਨ ਲਓ ਕੋਈ ਵੀ ਦੇਸ਼ ਭਗਤੀ ਦਾ ਟੌਪਿਕ ਮੰਨ ਲਓ ਪੜ੍ਹਾ ਰਹੇ ਹਾਂ, ਉਹਦੇ ਵਿੱਚ ਇੱਕ ਤਾਂ ਆਪਣਾ ਹੈ ਵੀ ਬੱਚੇ ਦੀ ਜਿਹੜੀ ਉਹਦੀ ਲਰਨਿੰਗ ਕਪੈਸਿਟੀ ਆ ਉਹਨੂੰ ਵਧਾਉਣਾ, ਜਾਂ ਆਪਣੇ ਉਹਦੇ ਜਿੰਨੇ ਵੀ ਚਾਰੇ ਕੌਸ਼ਲ ਹੁੰਦੇ ਆ ਆਪਣੇ ਹੁੰਦੇ ਆ, ਰੀਡਿੰਗ, ਰਾਈਟਿੰਗ, ਇਸ ਤਰ੍ਹਾਂ ਜਿੰਨੇ ਵੀ ਆ, ਉਹਨਾਂ ਨੂੰ ਆਪਾਂ ਇੱਕ ਤਾਂ ਉਹਨਾਂ ਨੂੰ ਇਹ ਹੁੰਦੇ ਉਹਨਾਂ ਦੇ ਆਮ ਉਦੇਸ਼, ਮਤਲਬ ਕਿ ਸਾਰੇ। ਇੱਕ ਹੁੰਦਾ ਖਾਸ ਉਦੇਸ਼। ਖਾਸ ਮੰਨ ਲਓ ਕੋਈ ਆਪਾਂ ਟੌਪਿਕ ਪੜ੍ਹਾ ਰਹੇ ਹਾਂ, ਸਿਰਫ ਉਸ ਬਾਰੇ ਜਾਣਕਾਰੀ ਦੇਣਾ। ਆਪਣੇ ਦੋ ਤਰ੍ਹਾਂ ਦੇ ਉਦੇਸ਼ ਹੁੰਦੇ ਆ ਤੇ ਇਹਨਾਂ ਆਪਣੀ ਪਾਠ ਯੋਜਨਾ ਬਣਾਉਣ ਦੇ ਆਪਣੇ ਉਦੇਸ਼ ਕੀ ਹੁੰਦੇ ਆ, ਇਸ ਬਾਰੇ ਆਪਾਂ ਜਾਣਦੇ ਹਾਂ। ਪਾਠ ਯੋਜਨਾ ਦਾ ਮੁੱਖ ਉਦੇਸ਼ ਅਧਿਆਪਨ ਸਿੱਖਣ ਸਿਖਾਉਣ ਪ੍ਰਕਿਰਿਆ ਦੇ ਉਦੇਸ਼ਾਂ ਨੂੰ ਸਪਸ਼ਟ ਕਰਨਾ ਹੈ ਤਾਂ ਜੋ ਅਧਿਆਪਕ ਨੂੰ ਅਧਿਆਪਨ ਪ੍ਰਕਿਰਿਆ ਦੇ ਉਦੇਸ਼ਾਂ ਦਾ ਗਿਆਨ ਅਤੇ ਵਿਦਿਆਰਥੀ ਨੂੰ ਸਿੱਖਣ ਪ੍ਰਕਿਰਿਆ ਦੇ ਉਦੇਸ਼ਾਂ ਦਾ ਗਿਆਨ ਹੁੰਦਾ ਹੈ। ਅਧਿਆਪਨ ਕੌਸ਼ਲ ਵਿੱਚ ਮੁਹਾਰਤ ਹਾਸਲ ਕਰਨੀ। ਹਾਂਜੀ, ਜਿਹੜਾ ਆਪਣਾ ਅਧਿਆਪਨ ਦੇ ਵਿੱਚ ਜਿਹੜੀਆਂ ਆਪਣਾ ਵਿਧੀਆਂ ਹੁੰਦੀਆਂ ਨੇ, ਉਹਨਾਂ ਦੇ ਵਿੱਚ ਵੀ ਆਪਾਂ ਜਿਹੜਾ ਇਹਦੇ ਰਾਹੀਂ ਮੁਹਾਰਤ ਹਾਸਲ ਕਰਦੇ ਹਾਂ। ਪਾਠ ਯੋਜਨਾ ਵਿੱਚ
ਇਸ ਲਈ ਕੀਤੀ ਜਾਂਦੀ ਹੈ ਤਾਂ ਜੋ ਅਧਿਆਪਕ ਅਗਾਊਂ ਰੂਪ ਵਿੱਚ ਪੜ੍ਹਾਉਣ ਵਿਧੀਆਂ ਤੋਂ ਜਾਣੂ ਹੋ ਸਕੇ ਅਤੇ ਬੱਚਿਆਂ ਨੂੰ ਵਧੀਆ ਢੰਗ ਨਾਲ ਪੜ੍ਹਾ ਕੇ ਆਪਣੇ ਅਧਿਆਪਨ ਵਿੱਚ ਮੁਹਾਰਤ ਹਾਸਲ ਕਰ ਸਕੇ। ਅਧਿਆਪਨ ਸੰਬੰਧਿਤ ਸਮੱਸਿਆਵਾਂ ਨੂੰ ਹੱਲ ਕਰਨਾ। ਪਾਠ ਯੋਜਨਾ ਦਾ ਅਗਲਾ ਉਦੇਸ਼ ਅਧਿਆਪਕ ਦੀਆਂ ਅਧਿਆਪਨ ਸੰਬੰਧਿਤ ਸਮੱਸਿਆਵਾਂ ਨੂੰ ਹੱਲ ਕਰਨਾ ਵੀ ਹੈ ਤਾਂ ਜੋ ਅਧਿਆਪਕ ਆਪਣੇ ਅਧਿਆਪਨ ਵਿੱਚ ਸਫਲਤਾ ਹਾਸਲ ਕਰ ਸਕੇ। ਅਧਿਆਪਨ ਨੂੰ ਨਿਯਮਿਤ ਬਣਾਉਣਾ। ਹਾਂਜੀ, ਇੱਥੇ ਅਧਿਆਪਕ ਨਹੀਂ ਆਏਗਾ, ਅਧਿਆਪਨ ਆਏਗਾ। ਆਪਾਂ ਜੋ ਪੜ੍ਹਾ ਰਹੇ ਹਾਂ ਉਹਨੂੰ ਨਿਯਮਿਤ ਬਣਾਉਣਾ। ਅਧਿਆਪਕ ਆਪਣੇ ਅਧਿਆਪਨ ਪ੍ਰਤੀ ਕੀ ਨਿਯਮ ਬਣਾਉਂਦਾ ਹੈ, ਪਾਠ ਯੋਜਨਾ ਦਾ ਅਗਲਾ ਉਦੇਸ਼ ਹੈ। ਅਧਿਆਪਨ ਸਿੱਖਣ ਪ੍ਰਕਿਰਿਆ ਨੂੰ ਪ੍ਰਭਾਵਸ਼ਾਲੀ ਬਣਾਉਣਾ। ਹਾਂਜੀ, ਜਦੋਂ ਵੀ ਅਸੀਂ ਕੋਈ ਯੋਜਨਾ ਬਣਾ ਕੇ ਕੰਮ ਕਰਦੇ ਹਾਂ ਤਾਂ ਕੰਮ ਬਹੁਤ ਸਫਲਤਾਪੂਰਕ ਤਰੀਕੇ ਨਾਲ ਨੇਪਰੇ ਚੜ੍ਹਦਾ ਹੈ। ਇਸ ਪ੍ਰਕਾਰ ਪਾਠ ਯੋਜਨਾ ਦਾ ਉਦੇਸ਼ ਵੀ ਅਧਿਆਪਕ ਦੇ ਅਧਿਆਪਨ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਂਦਾ ਹੈ। ਹਾਂਜੀ, ਜਦੋਂ ਵੀ ਆਪਾਂ ਆਪਣੀ ਪਾਠ ਯੋਜਨਾ ਪਹਿਲਾਂ ਬਣਾਈ ਹੋਏਗੀ ਤੇ ਉਹਦੇ ਨਾਲ ਜਿਹੜਾ ਆਪਣਾ ਅਧਿਆਪਨ ਆ, ਜਿਹੜੇ ਆਪਣੇ ਪੜ੍ਹਾਉਣ ਦੀਆਂ ਵਿਧੀਆਂ ਨੇ ਜਾਂ ਆਪਣੇ ਜੋ ਵੀ ਆਪਣੇ ਪੜ੍ਹਾਉਣ ਨਾਲ ਸੰਬੰਧਿਤ ਜਿੰਨੀਆਂ ਵੀ ਗਤੀਵਿਧੀਆਂ ਉਹ ਕੀ ਹੋਣਗੀਆਂ, ਵਧੇਰੇ ਪ੍ਰਭਾਵਸ਼ਾਲੀ ਹੋਣਗੀਆਂ। ਹਾਂਜੀ, ਹੁਣ ਆਪਾਂ ਪਹਿਲਾਂ ਹੀ ਟਾਈਮ ਟੇਬਲ ਬਣਾ ਲੈਂਦੇ ਹਾਂ ਵੀ ਆਪਾਂ ਅੱਜ ਜੇ ਹਫਤੇ ਦੇ ਵਿੱਚ ਕਿੰਨੀਆਂ ਯੂਨਿਟ ਕਰਵਾਉਣੀਆਂ, ਕਿੰਨੇ ਸਿਲੇਬਸ ਦੇ ਅਕੋਰਡਿੰਗ ਆਪਾਂ ਚੱਲਦੇ ਹਾਂ ਤੇ ਆਪਣਾ ਐਂਡ ਤੇ ਜਾ ਕੇ ਹਫਤੇ ਤੱਕ ਜਾਂ ਮਹੀਨੇ ਤੱਕ ਦਾ ਵੀ ਜੋ ਆਪਾਂ ਟੀਚਾ ਆਪਣਾ ਪੂਰਾ ਕਰ ਲੈਂਦੇ ਹਾਂ। ਵਿਸ਼ੇ ਵਸਤੂ ਦੇ ਉਦੇਸ਼ਾਂ ਤੋਂ ਜਾਣੂ ਕਰਾਉਣਾ। ਹਾਂਜੀ, ਜਿਹੜੇ ਵਿਸ਼ੇ ਆਪਾਂ ਜੋ ਵੀ ਵਿਸ਼ਾ ਵਸਤੂ ਪੜ੍ਹਾ ਰਹੇ ਹਾਂ ਉਸ ਦੇ ਉਦੇਸ਼ਾਂ ਤੋਂ ਜਾਣੂ ਵੀ ਪਾਠ ਯੋਜਨਾ ਦੇ ਤੋਂ ਆਪਾਂ ਕਰਵਾ ਸਕਦੇ ਹਾਂ। ਸਮੇਂ ਅਤੇ ਸ਼ਕਤੀ ਦੀ ਸੁਯੋਗ ਵਰਤੋਂ ਕਰਨੀ। ਹਾਂਜੀ, ਜਿਹੜਾ ਆਪਾਂ ਪਹਿਲਾਂ ਹੀ ਪਾਠ ਯੋਜਨਾ ਹੋਵੇਗੀ, ਮੰਨ ਲਓ ਆਪਾਂ 7 ਦਿਨਾਂ ਦਾ ਟਾਰਗੇਟ ਮੰਨਿਆ ਹੋਇਆ ਕਿ ਆਪਾਂ 4 ਲੈਸਨ ਕਰਨੇ ਆ ਤੇ ਜੇ ਆਪਾਂ ਪਾਠ ਯੋਜਨਾ ਬਣਾਈ ਹੋਏਗੀ ਡੇ ਬਾਏ ਡੇ ਆਪਾਂ ਆਪਣੇ ਟਾਰਗੇਟ ਨੂੰ ਅਚੀਵ ਜਲਦੀ ਕਰ ਲਾਂਗੇ। ਪਾਠ ਯੋਜਨਾ ਦਾ ਇੱਕ ਅਹਿਮ ਉਦੇਸ਼ ਅਧਿਆਪਕ ਅਤੇ ਵਿਦਿਆਰਥੀਆਂ ਦੇ ਸਮੇਂ ਦੀ ਬਚਤ ਕਰਨਾ ਹੈ ਤਾਂ ਜੋ ਅਧਿਆਪਕ ਅਤੇ ਵਿਦਿਆਰਥੀ ਆਪਣੇ ਸਮੇਂ ਤੇ ਸ਼ਕਤੀ ਦਾ ਸਹੀ ਪ੍ਰਯੋਗ ਕਰ ਸਕਣ। ਸਹਾਇਕ ਸਮੱਗਰੀ ਦੀ ਚੋਣ। ਹਾਂਜੀ, ਜਦੋਂ ਆਪਾਂ ਪਾਠ ਯੋਜਨਾ ਬਣਾ ਲੈਂਦੇ ਹਾਂ ਤੇ ਉਹਦੇ ਵਿੱਚ ਕੀ ਆ, ਆਪਣੀ ਸਹਾਇਕ ਸਮੱਗਰੀ ਦੀ ਚੋਣ ਵੀ ਹੋ ਜਾਂਦੀ ਕਿ ਆਪਾਂ ਪੜ੍ਹਾਉਣ ਸਮੇਂ ਕਿਹੜੀ ਸਹਾਇਕ ਸਮੱਗਰੀ ਜਿਹੜੀ ਵਰਤਣੀ ਹੈ। ਹੋਰ ਕੀ ਆਪਾਂ ਲਿਖ ਸਕਦੇ ਹਾਂ ਇਹਦੇ ਵਿੱਚ, ਆ ਬੱਚਿਆਂ ਦੀ ਸਮੁੱਚੀ ਡਿਵੈਲਪਮੈਂਟ ਦਾ, ਇਹਦੇ ਵਿੱਚ ਆਪਾਂ ਸਮੁੱਚੀ ਡਿਵੈਲਪਮੈਂਟ ਹੁੰਦੀ ਆ, ਇਹ ਵੀ ਇੱਕ ਉਦੇਸ਼ ਆ। ਹੋਰ ਆਪਾਂ ਕਹਿ ਸਕਦੇ ਹਾਂ ਕਿ ਹੋਰ ਇਹਦੇ ਉਦੇਸ਼ਾਂ ਦੇ ਵਿੱਚ ਲਿਖ ਸਕਦੇ ਹਾਂ ਕਿ ਸਹੀ ਵਿਸ਼ੇ ਵਸਤੂ ਦੀ ਚੋਣ ਕਰਨਾ ਇਹਦਾ ਉਦੇਸ਼ ਆ। ਹਾਂਜੀ, ਬਾਕੀ ਵੀ ਤੁਸੀਂ ਆਪਣੇ ਵੱਲੋਂ ਵੀ ਇਹਦੇ ਪੁਆਇੰਟ ਜਿਹੜੇ ਬਣਾ ਸਕਦੇ ਹੋ। ਹਾਂਜੀ, ਸੂਖਮ ਅਧਿਆਪਨ ਕੀ ਹੁੰਦਾ ਜੀ? ਹਾਂਜੀ, ਮੋਸਟ ਇੰਪੋਰਟੈਂਟ ਕੁਐਸਚਨ ਆ ਜੀ, ਅਧਿਆਪਨ ਸਹਾਇਕ ਸਾਧਨ ਜਾਂ ਸਮੱਗਰੀ। ਹਾਂਜੀ, ਇਹ ਤੁਸੀਂ ਜ਼ਰੂਰ ਕਰ ਲੈਣਾ। ਮਾਤ ਭਾਸ਼ਾ ਦੀ ਸਿੱਖਿਆ ਵਿੱਚ ਅਧਿਆਪਨ ਸਹਾਇਕ ਸਮੱਗਰੀ, ਸਹਾਇਕ ਦ੍ਰਿਸ਼ਟੀ ਸਰੋਤ ਸਹਾਇਕ ਸਾਧਨਾਂ ਦੀ ਬਹੁਤ ਮਹੱਤਤਾ ਹੈ। ਇਹ ਦੇਖਣ ਸੁਣਨ ਸਹਾਇਕ ਸਾਧਨ ਵੀ ਹਨ ਜੋ ਪਾਠ ਨੂੰ ਵਧੇਰੇ ਰੌਚਕ, ਵਧੀਆ, ਸੰਜੀਵ, ਪ੍ਰਭਾਵਸ਼ਾਲੀ, ਉਪਯੋਗੀ, ਲਾਹੇਵੰਦ ਅਤੇ ਸਫਲ ਬਣਾਉਂਦੇ ਹਨ। ਹਾਂਜੀ, ਜਿਹੜੇ ਆਪਾਂ ਜਦੋਂ ਵੀ ਆਪਾਂ ਆਪਣੇ ਅਧਿਆਪਨ ਦੇ ਵਿੱਚ ਜਿਹੜੇ ਆਪਾਂ ਦੇਖਣ ਸੁਣਨ ਸਹਾਇਕ ਸਰੋਤ ਜਾਂ ਆਪਾਂ ਜੋ ਵੀ ਆਪਾਂ ਆਪਣੇ ਲੈਕਚਰ ਦੇ ਵਿੱਚ ਯੂਜ਼ ਕਰਦੇ ਹਾਂ ਤੇ ਉਹਦੇ ਵਿੱਚ ਇਹ ਜਿਹੜੇ ਆਪਣਾ ਜਿਹੜਾ ਪਾਠ ਹੁੰਦਾ ਹੈ ਜਾਂ ਆਪਣਾ ਲੈਕਚਰ ਹੁੰਦਾ ਬਹੁਤ ਪ੍ਰਭਾਵਸ਼ਾਲੀ ਬਣ ਜਾਂਦਾ। ਅੱਖੋਂ ਵੇਖੀ ਵਸਤੂ ਕੰਨੋਂ ਸੁਣੀ ਵਸਤੂ ਨਾਲੋਂ ਵਧੇਰੇ ਪ੍ਰਭਾਵਸ਼ਾਲੀ ਹੁੰਦੀ ਹੈ। ਹਾਂਜੀ, ਜਦੋਂ ਆਪਾਂ ਵਸਤੂਆਂ ਨੂੰ ਦੇਖ ਕੇ ਤੇ ਸੁਣ ਕੇ ਯਾਦ ਕਰਦੇ ਹਾਂ, ਕਿਤਾਬ ਨਾਲੋਂ ਪੜ੍ਹਨ ਨਾਲੋਂ ਆਪਾਂ ਨੂੰ ਲੰਮੇ ਟਾਈਮ ਤੱਕ ਯਾਦ ਰਹਿੰਦੀ ਹੈ। ਸ਼ਾਬਦਿਕ ਅਰਥ ਕੀ ਹੈ ਜੀ? ਦ੍ਰਿਸ਼ਟੀ ਸਰੋਤ ਸਹਾਇਕ ਸਾਧਨ 3 ਪ੍ਰਕਾਰ ਤੋਂ ਮੇਲ ਤੋਂ ਬਣਦੇ ਹਨ। ਦ੍ਰਿਸ਼ਟੀ ਮਤਲਬ ਕਿ ਜਿਹਨੂੰ ਆਪਾਂ ਵੇਖ ਸਕਦੇ ਹਾਂ, ਸਰੋਤ ਜੋ ਸੁਣਿਆ ਜਾ ਸਕੇ ਤੇ ਸਾਧਨ ਸਹਾਇਤਾ ਪ੍ਰਦਾਨ ਕਰਨ ਵਾਲਾ। ਜਿਵੇਂ ਹੁਣ ਆਪਣੇ ਜਿਹੜੇ ਐਨੀਮੇਸ਼ਨ ਵਾਲੀਆਂ ਬਹੁਤ ਜ਼ਿਆਦਾ ਆਉਣ ਲੱਗ ਗਈਆਂ ਨੇ ਵੀਡੀਓ, ਕੋਈ ਵੀ ਵੀਡੀਓ ਆ ਜਾਂ ਆਪਣੀ YouTube ਤੇ ਵੀਡੀਓ ਆ ਉਹ ਵੀ ਦੇਖਣ ਸੁਣਨ ਸਹਾਇਕ ਸਮੱਗਰੀ ਆ।
ਇਸ ਤਰ੍ਹਾਂ ਦ੍ਰਿਸ਼ਟੀ ਸਰੋਤ ਸਹਾਇਕ ਸਾਧਨ ਉਹ ਵਿਸ਼ੇਸ਼ ਸਾਧਨ ਹਨ ਜਿਨ੍ਹਾਂ ਨੂੰ ਵੇਖਿਆ ਜਾ ਸਕਦਾ ਤੇ ਸੁਣਿਆ ਜਾ ਸਕਦਾ ਹੈ। ਇਸ ਪ੍ਰਕਾਰ ਅੱਖਾਂ ਜਾਂ ਕੰਨਾਂ ਨਾਲ ਸੰਬੰਧਿਤ ਕੋਈ ਵੀ ਅਜਿਹਾ ਸਾਧਨ ਜੋ ਵਿਦਿਆਰਥੀਆਂ ਨੂੰ ਸਿੱਖਣ ਪ੍ਰਕਿਰਿਆ ਵਿੱਚ ਸਹਾਇਤਾ ਪ੍ਰਦਾਨ ਕਰਦਾ ਉਸ ਨੂੰ ਦ੍ਰਿਸ਼ਟੀ ਸਰੋਤ ਸਹਾਇਕ ਸਾਧਨ ਕਿਹਾ ਜਾਂਦਾ। ਇਹਦੀਆਂ ਦੋ ਤੁਸੀਂ ਪਰਿਭਾਸ਼ਾਵਾਂ ਯਾਦ ਕਰ ਲੈਣਾ। ਹਾਂਜੀ, ਜਿਹੜਾ ਅੱਗੋਂ ਆਪਣਾ ਕੁਐਸਚਨ ਹੈਗਾ ਭਾਸ਼ਾ ਪੁਸਤਕਾਲਾ ਦੇ ਲਾਭ। ਹਾਂਜੀ, ਇਹਦੇ ਆਪਾਂ ਇਕੱਲੇ ਪੁਆਇੰਟ ਹੀ ਪੜ੍ਹ ਲੈਂਦੇ ਹਾਂ। ਪੜ੍ਹਨ ਰੁਚੀਆਂ ਦਾ ਵਿਕਾਸ, ਵਿਹਲੇ ਸਮੇਂ ਦੀ ਉਪਯੋਗ ਵਰਤੋਂ, ਮਨੋਰੰਜਨ ਅਤੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ, ਜਾਣਕਾਰੀ ਵਿੱਚ ਲਗਾਤਾਰ ਵਾਧਾ, ਨਵੀਨ ਸਿੱਖਿਆ ਪ੍ਰਣਾਲੀ ਦਾ ਗਿਆਨ, ਵਿਸ਼ੇ ਵਿੱਚ ਮੁਹਾਰਤ ਹਾਸਲ ਕਰਨ ਲਈ, ਪਾਠ ਸਹਾਇਕ ਕਿਰਿਆਵਾਂ ਲਈ ਲਾਭਦਾਇਕ, ਗਿਆਨ ਵਿੱਚ ਵਾਧਾ ਕਰਨ ਲਈ, ਦੇਸ਼ ਵਿਦੇਸ਼ ਦੀ ਜਾਣਕਾਰੀ ਲਈ, ਤਤਕਾਲ ਘਟਨਾ ਦੀ ਜਾਣਕਾਰੀ ਲਈ, ਸਾਹਿਤਕ ਗਤੀਵਿਧੀਆਂ ਦਾ ਗਿਆਨ, ਵਿਭਿੰਨ ਪੁਸਤਕਾਂ ਦੀ ਜਾਣਕਾਰੀ। ਇਹਦੇ ਲਾਭ ਵੀ ਕਰ ਲੈਣਾ ਤੁਸੀਂ।